उठ फरीदा उजू साज, सुबह निवाज गुजार। जो सिर साईं ना निवै, सो सिर कप तार। जो सिर साईं ना निवै, सो सिर कीजै कांय। कुन्ने हेठ जलाइए, बालण संदै थाए। आए प्रभ शरणागति, कृपा निध दयाल। एक अखर हर मन वस्त, नानक होत निहाल। एक अखर हर मन वस्त, नानक होत निहाल। गुरु प्यारी सन्मानयोग साध संगत जी, गुरु महाराज ने कृपा की है दरबार दियां हाजरियां भरन दा। बहुत ही सुंदर समा सानू गुरु जी ने बख्शिया है। सो आओ गुरबाणी दी विचार नूं आरंभ करिए। प्रथम प्यार अदब दे नाल आखो जी, वाहिगुरु जी का खालसा, वाहिगुरु जी की फतेह। अज दा पावन पवित्र हुक्म श्री मुखवाक साहिब गुरु अर्जन देव जी महाराज जी उन्हां दी रसना तो गायन किया होया है, जो कि टोडी राग दे विच 713 अंग तो आरंभ होके 714 अंग ते समाप्त हो जाता है। गुरु साहिब जी ने इस शब्द दे अंदर परमात्मा नूं गुणां दा खजाना आख्या। ओदी सिफत सलाह दे नाल बंदे नूं सदा वाला रज, शांति, सहज ते सुख की प्राप्ति हुंदी है। फरमाया है टोडी महला पंजवा। टोडी राग का नाम महला पंजवा तो भाव पंजवें गुरु की बाणी गुरु अर्जन देव जी की। रसना गुण गोपाल निध गायन, शांत सहज रहस मन उपजियो। सगले दुख भलाए। रसना दे अर्थ हुंदे ने जीव। कहंदे जीव दे नाल ओह मालक दे गुण जदों आपां गाउने आ, जिहड़ा कि गोपाल निध खजाना है, धरती दा पालनहार वाहिगुरु परमेश्वर। फिर की हुंदा? शांत शांति आउंदी आ बंदे दे कोले, सहज टिका आउंदा मन नूं, रहस खुशी जिन्हों कहते ने सदा वाली, ते सगले दुख भलाएन। इंसान दे जिहड़े दुख हुंदे ने वो दूर हो जाते ने। ऐसे मालक नूं जदों आपां आपदी जीव दे नाल सिमरदे हां,
ਯਾਦ ਕਰਦੇ ਹਾਂ ਤਾਂ ਇਹ ਚੀਜ਼ਾਂ ਬਹੁਤ ਹੀ ਘੱਟ ਦੇਖਣ ਨੂੰ ਮਿਲਦੀਆਂ ਕਿ ਕਿਸੇ ਬੰਦੇ ਦੇ ਪਾਸ ਸ਼ਾਂਤੀ ਹੋਵੇ, ਸਕੂਨ ਹੋਵੇ, ਸਬਰ ਹੋਵੇ, ਸਦਾ ਵਾਲੀ ਖੁਸ਼ੀ ਹੋਵੇ। ਜਦੋਂ ਅਸੀਂ ਸਵੇਰੇ ਉੱਠਦੇ ਹਾਂ ਤੇ ਵਿਦਵਾਨ ਕਹਿੰਦੇ ਨੇ ਕਿ ਸਾਨੂੰ ਇਉਂ ਲੱਗਦਾ ਵੀ ਬਹੁਤ ਵਧੀਆ ਦਿਨ ਆ, ਕਿਉਂਕਿ ਸਭ ਕੁਝ ਨਵਾਂ ਨਵਾਂ ਹੁੰਦਾ। ਸ਼ਾਮ ਢਲਦੇ ਤੱਕ ਬੰਦੇ ਨੂੰ ਲੱਗਦਾ, ਕਿਉਂਕਿ ਉਹਦਾ ਮਨ ਉਹਨੂੰ ਉਚਾਟ ਕਰ ਦਿੰਦਾ, ਭਾਵੇਂ ਕੁਦਰਤ ਨੇ ਬੜਾ ਕੁਝ ਬੰਦੇ ਨੂੰ ਦਿੱਤਾ। ਸ਼ਾਮ ਹੁੰਦੀ ਹੁੰਦੀ ਤੱਕ ਬੰਦਾ ਕਹਿੰਦਾ ਨਹੀਂ, ਕੁਝ ਵੀ ਨਵਾਂ ਨਹੀਂ, ਸਭ ਬੇਹਾ ਹੀ ਆ, ਬਾਸਾ ਹੀ ਆ, ਪੁਰਾਣਾ ਹੀ ਆ। ਇੱਦਾਂ ਬੰਦਿਆਂ ਕੋਲ ਸ਼ਾਂਤੀ ਥੋੜ੍ਹੀ ਆ। ਕਿਸੇ ਨੇ ਨਾ ਨਵਾਂ ਮਕਾਨ ਲਿਆ, ਇੱਕ ਨਗਰ ਸੀ ਤੇ ਆਸੇ ਪਾਸੇ ਉਹਦੇ ਨਵੇਂ ਨਵੇਂ ਲੋਕ ਵਸਣ ਲੱਗੇ। ਇੱਦਾਂ ਹੀ ਇੱਕ ਭੱਦਰ ਪੁਰਸ਼ ਦਾ ਮਕਾਨ ਸੀ। ਨਾਲ ਦੇ ਗਵਾਂਢੀਆਂ ਨੇ ਕੀ ਕੀਤਾ ਕਿ ਨਾ ਕੂੜਾ ਜਿਹੜਾ ਸੀ ਨਾ ਇਕੱਠਾ ਕਰਦੇ 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 ਉਹਦੇ ਗੇਟ ਦੇ ਅੱਗੇ ਢੇਰ ਲਾਤਾ। ਜਿਵੇਂ ਕਈਆਂ ਦਾ ਸੁਭਾਅ ਹੁੰਦਾ, ਆਪਣੇ ਘਰ ਚੋਂ ਕੂੜਾ ਕੱਢ ਕੇ ਦੂਜਿਆਂ ਦੇ ਘਰ ਅੱਗੇ ਸੁੱਟ ਦੇਣਾ। ਇੱਦਾਂ ਦੇ ਲੋਕ ਬਹੁਤ ਨੇ, ਇੱਕ ਨਹੀਂ ਬਹੁਤ ਆ ਇੱਦਾਂ ਦੇ। ਮੂਡ ਬਹੁਤ ਨੇ, ਸਿਆਣੇ ਥੋੜ੍ਹੇ ਨੇ। ਉਹਨਾਂ ਕੀ ਕੀਤਾ ਕਿ ਗੇਟ ਅੱਗੇ ਨਾ ਢੇਰੀ ਲਾ ਦਿੱਤੀ। ਹੁਣ ਉਹਨਾਂ ਨੂੰ ਲੱਗਦਾ ਸੀ ਵੀ ਇਹ ਅਸੀਂ ਕਰਤਾ ਵੀ ਇਹ ਵੀ ਕੁਝ ਇੱਦਾਂ ਦਾ ਹੀ ਕਰੇਗਾ। ਉਹਦੇ ਘਰ ਵਿੱਚ ਫਲਾਂ ਵਾਲੇ ਦਰਖਤ ਲੱਗੇ ਸਨ। ਉਹਨੇ ਬਾਲਟੀ ਭਰ ਲਈ ਉਹਨਾਂ ਦੀ ਤੇ ਆਪਦੇ ਗਵਾਂਢੀਆਂ ਦਾ ਦਰਵਾਜ਼ਾ ਖੜਕਾਇਆ। ਇਹ ਤਿਆਰ ਬੈਠੇ ਸੀ ਲੜਨ ਵਾਸਤੇ ਵੀ ਸਾਨੂੰ ਕੁਝ ਆ ਕੇ ਕਹੇਗਾ ਵੀ ਤੂੰ ਕੂੜੇ ਦਾ ਢੇਰ ਕਿਉਂ ਲਾਇਆ ਮੇਰੇ ਘਰ ਅੱਗੇ, ਤੇ ਅਸੀਂ ਲੜਾਂਗੇ। ਕਈ ਬੰਦੇ ਇੱਦਾਂ ਦੇ ਹੁੰਦੇ ਆ, ਉਹ ਤਿਆਰ ਹੀ ਰਹਿੰਦੇ ਨੇ ਲੜਨ ਨੂੰ। ਜਦੋਂ ਉਹਨਾਂ ਖੜਕਾਇਆ, ਲੱਗਾ ਵੀ ਇਹ ਵੀ ਕੁਝ ਉੱਦਾਂ ਦਾ ਦੇ ਕੇ ਜਾਵੇਗਾ, ਪਰ ਇਹਨੇ ਫਲਾਂ ਦੀ ਟੋਕਰੀ ਉਹਨਾਂ ਨੂੰ ਦਿੱਤੀ। ਉਹ ਬੜੇ ਹੈਰਾਨ ਹੋ ਗਏ। ਤਾਂ ਕਿਸੇ ਨੇ ਪੁੱਛਿਆ ਉਹ ਤੋਂ ਕਿ ਤੁਹਾਡੇ ਘਰ ਮੂਹਰੇ ਉਹਨਾਂ ਨੇ ਕੂੜੇ ਦਾ ਢੇਰ ਲਾਇਆ, ਕੂੜਾ ਸੁੱਟਿਆ, ਤੁਹਾਨੂੰ ਕੂੜਾ ਦਿੱਤਾ, ਤੁਸੀਂ ਬਦਲੇ 'ਚ ਫਲ ਦਿੱਤੇ, ਕਾਰਨ ਕੀ ਆ? ਤਾਂ ਉਹਨੇ ਬਹੁਤ ਸੋਹਣਾ ਜਵਾਬ ਦਿੱਤਾ ਸੀ। ਕਹਿੰਦਾ ਜਿਸ ਬੰਦੇ ਕੋਲ ਜੋ ਹੋਵੇ ਉਹ ਦੂਜੇ ਨੂੰ ਦੇ ਸਕਦਾ। ਮੇਰੇ ਕੋਲ ਜੋ ਸੀ ਮੈਂ ਉਹ ਦੇ ਕੇ ਆਇਆ। ਸਾਡੇ ਘਰ ਦੇ ਵਿੱਚ ਫਲ ਸੀ, ਮੈਂ ਟੋਕਰੀ ਭਰੀ ਉਹ ਦੇ ਆਇਆ। ਉਹਨਾਂ ਦੇ ਅੰਦਰ ਕੂੜਾ ਸੀ, ਉਹਨਾਂ ਨੇ ਕੂੜਾ ਹੀ ਦਿੱਤਾ ਮੈਨੂੰ। ਇਸ ਕਰਕੇ ਬੰਦੇ ਦੇ ਅੰਦਰ ਜੋ ਹੈ ਉਹਨੇ ਬਾਹਰ ਆਉਣਾ ਹੀ ਆਉਣਾ। ਚਾਹੇ ਅੱਜ ਆ ਜੇ ਤੁਹਾਡੇ ਅੰਦਰ ਜੇ ਖੁਸ਼ੀ ਆ, ਉਹਨੇ ਬਾਹਰ ਆ ਹੀ ਜਾਣਾ। ਜੇ ਤੁਹਾਡੇ ਅੰਦਰ ਈਰਖਾ, ਉਹ ਵੀ ਆ ਹੀ ਜਾਣਾ ਬਾਹਰ ਇੱਕ ਦਿਨ। ਸਾੜਾ, ਇਹ ਚੀਜ਼ਾਂ ਬਾਹਰ ਆ ਹੀ ਜਾਂਦੀਆਂ। ਹਾਂ, ਕਈ ਦੱਬ ਲੈਂਦੇ ਨੇ, ਉਹ ਸਮਾਂ ਪਾ ਕੇ ਆ ਜਾਂਦੀਆਂ, ਉਹ ਸਗੋਂ ਵੱਧ ਪ੍ਰੈਸ਼ਰ ਨਾਲ ਆਉਂਦੀਆਂ ਨੇ। ਇਸ ਕਰਕੇ ਗੁਰੂ ਮਹਾਰਾਜ ਕਹਿੰਦੇ ਨੇ ਸ਼ਾਂਤ ਸਹਿਜ ਰਹਿਸ ਮਨ ਉਪਜਿਓ ਸਗਲੇ ਦੁਖ ਭਲਾਏ। ਗੁਰੂ ਨੂੰ ਜਦੋਂ ਆਪਾਂ ਯਾਦ ਕਰਦੇ ਹਾਂ ਉਦੋਂ ਸਾਡੇ ਅੰਦਰ ਚੰਗੇ ਗੁਣ ਪੈਦਾ ਹੁੰਦੇ ਨੇ। ਅਸੀਂ ਉਹਨਾਂ ਨੂੰ ਫਿਰ ਅੱਗੇ ਵੰਡ ਸਕਦੇ ਹਾਂ। ਜੇ ਅਸੀਂ ਗੁਰੂ ਨੂੰ ਯਾਦ ਨਾ ਰੱਖੀਏ, ਚੇਤੇ ਨਾ ਕਰੀਏ, ਤਾਂ ਮਾੜੀਆਂ ਆਦਤਾਂ ਸਾਡੇ ਅੰਦਰ ਪੈਦਾ ਹੋ ਜਾਂਦੀਆਂ ਨੇ। ਫਿਰ ਅਸੀਂ ਉਹੀ ਲੋਕਾਂ ਨੂੰ ਵੰਡਦੇ ਹਾਂ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆ ਗੁਣ ਦੇ। ਗੁਰੂ ਕੀ ਕਰਦਾ ਹੈ, ਜਿਹੜੇ ਨਿਰਗੁਣ ਬੰਦੇ ਹੁੰਦੇ ਨੇ ਉਹਨਾਂ ਨੂੰ ਗੁਣ ਦਿੰਦਾ। ਨਾਨਕ ਨਿਰਗੁਣ ਗੁਣ ਕਰੇ, ਜਿਹ 'ਚ ਕੋਈ ਗੁਣ ਨਹੀਂ ਉਹਨੂੰ ਗੁਣ ਦਿੰਦਾ। ਤੇ ਗੁਣਵੰਤਿਆ ਗੁਣ ਦੇ, ਜਿਨ੍ਹਾਂ 'ਚ ਗੁਣ ਹੁੰਦੇ ਨੇ ਉਹਨਾਂ ਦੇ ਗੁਣਾਂ ਨੂੰ ਨਿਖਾਰ ਦਿੰਦਾ ਹੋਰ ਵੀ। ਜਿਵੇਂ ਕੋਈ ਚੀਜ਼ ਹੁੰਦੀ ਹੈ, ਐਵੇਂ ਹਾਂ ਵੱਧ ਸਮਝੋਗੇ। ਤੁਸੀਂ ਦੇਖਿਓ ਕਦੇ ਲੱਕੜ 'ਤੇ ਨਾ ਪਾਲਸ਼ ਫੇਰਦੇ ਨੇ, ਜਦੋਂ ਉਹਨੂੰ ਲੰਮਾ ਸਮਾਂ ਹੋ ਜਾਂਦਾ ਤੇ ਉਹਦੀ ਚਮਕ ਘਟ ਜਾਂਦੀ ਆ, ਫਿਰ ਉਹ 'ਤੇ ਫਿਰ ਪਾਲਿਸ਼ ਮਾਰਦੇ ਆ ਤੇ ਚਮਕ ਪੈਂਦੀ ਆ। ਉਵੇਂ ਇਹ ਸਾਗਵਾਨ ਦੀ ਲੱਕੜ 'ਤੇ ਜ਼ਿਆਦਾ ਐਵੇਂ ਹੁੰਦਾ, ਜਿਹੜੀ ਮਹਿੰਗੀ ਲੱਕੜ ਆ। ਗੁਰੂ ਕੀ ਕਰਦਾ ਹੈ, ਜਿਨ੍ਹਾਂ 'ਚ ਕੋਈ ਗੁਣ ਨਹੀਂ ਉਹਨਾਂ ਨੂੰ ਗੁਣ ਦੇ ਦਿੰਦਾ, ਤੇ ਜਿਨ੍ਹਾਂ 'ਚ ਗੁਣ ਹੁੰਦੇ ਨੇ ਉਹਨਾਂ ਦੇ ਗੁਣਾਂ ਨੂੰ ਹੋਰ ਨਿਖਾਰ ਦਿੰਦਾ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆ ਗੁਣ ਦੇ।
तेहा कोई न सुझई जे तिस गुण कोई करे। ते तेरे जैसा होर कोई सुझदा नहीं, देखण नूं मिलदा नहीं, ਜਿਹੜਾ ਇਹੋ ਜਿਹੇ ਗੁਣ ਮੇਰੇ 'ਚ ਭਰ ਦੇਵੇ। ਸ਼ਾਂਤ ਸ਼ਾਂਤੀ ਇਹ ਬੰਦਿਆਂ 'ਚ ਕਿੱਥੇ ਆ? ਇੱਕ ਵਿਦਵਾਨ ਨੇ ਇੱਕ ਪੁਸਤਕ 'ਚ ਬੜਾ ਸੁੰਦਰ ਲਿਖਿਆ, ਕਹਿੰਦੇ ਲੋਕ ਇੱਕ ਦੂਜੇ ਨੂੰ ਇਉਂ ਮਿਲਦੇ ਆ ਜਿਵੇਂ ਹਨੇਰੀਆਂ ਬਾਵ ਰੋਲਿਆਂ ਨੂੰ ਤੇ ਬਾਵ ਰੋਲੇ ਹਨੇਰੀਆਂ ਨੂੰ ਮਿਲਦੇ ਨੇ। ਬਾਵ ਰੋਲਿਆਂ 'ਚ ਕਹਿੰਦੇ ਸ਼ਾਂਤੀ ਨਹੀਂ ਹੁੰਦੀ, ਹਨੇਰੀਆਂ 'ਚ ਟਿਕਾ ਨਹੀਂ ਹੁੰਦਾ। ਇੱਥੇ ਮਹਾਰਾਜ ਕਹਿੰਦੇ ਸ਼ਾਂਤ ਸਹਿਜ, ਗੁਰੂ ਨੂੰ ਜਪ ਕੇ ਬੰਦੇ ਨੂੰ ਸ਼ਾਂਤੀ ਮਿਲਦੀ ਆ, ਜਿਹੜੀ ਬੰਦੇ 'ਚ ਗਵਾਚੀ ਹੋਈ ਆ ਉਹ ਹੈ ਨਹੀਂ ਗੀ। ਉਹ ਗੁਰੂ ਨੂੰ ਜਪ ਜਪ ਕੇ ਗੁਰੂ 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 ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਇਵੇਂ ਜਪ ਕੇ ਇਨਸਾਨ ਨੂੰ ਸ਼ਾਂਤੀ, ਖੁਸ਼ੀ, ਟਿਕਾ, ਉਹਦੇ ਦੁੱਖ ਦੂਰ ਹੋ ਜਾਂਦੇ ਨੇ। ਜਿਹੜੇ ਬੰਦੇ ਦਾ ਮਨ ਹੀ ਸ਼ਾਂਤ ਹੋ ਗਿਆ ਉਹਨੂੰ ਕਿਸੇ ਚੀਜ਼ ਦੀ ਹੋਰ ਲੋੜ ਕੀ ਆ? ਇੱਥੇ ਬਹੁਤ ਬੰਦੇ ਨੇ ਜਿਨ੍ਹਾਂ ਦੇ ਕੋਲ ਬੜਾ ਕੁਝ ਆ, ਬਹੁਤ ਜ਼ਿਆਦਾ ਹੈ ਸਾਜੋ ਸਮਾਨ, ਪਰ ਉਹ ਸ਼ਾਂਤ ਨਹੀਂ। ਉਹ ਕਹਿੰਦੇ ਪਾ ਕੇ ਵੀ ਅਸੀਂ ਕੁਝ ਨਹੀਂ ਪਾਇਆ, ਖੱਟ ਕੇ ਵੀ ਅਸੀਂ ਕੁਝ ਨਹੀਂ ਖੱਟਿਆ। ਅੱਗੇ ਕਹਿੰਦੇ ਨੇ ਰਹਾਓ ਜੋ ਮੰਗੇ ਸੋਈ ਸੋਈ ਪਾਵਹਿ, ਸੇਵ ਹਰ ਕੇ ਚਰਨ ਰਸਾਇਣ, ਜੋ ਮੰਗਿਆ ਸੀ ਸੋ ਮੈਂ ਪਾ ਲਿਆ। ਗੁਰੂ ਦੇ ਚਰਨਾਂ ਨੂੰ ਸੇਵ ਕੇ ਐਸਾ ਰਸੀਲਾ ਨਾਮ ਜਪ ਜਪ ਕੇ ਜੋ ਮੰਗਿਆ ਸੀ ਸੋ ਮੈਂ ਪਾਇਆ, ਜੋ ਗੁਰੂ ਤੋਂ ਮੰਗਿਆ ਸੀ ਮਿਲਿਆ। ਬਚਪਨ 'ਚ ਜੋ ਮੰਗਿਆ ਸਮਾਂ ਲੱਗਿਆ ਪਰ ਮਿਲਿਆ, ਜਵਾਨੀ 'ਚ ਜੋ ਮੰਗਿਆ ਤੇਥੋਂ ਉਹ ਮਿਲਿਆ। ਇਸ ਕਰਕੇ ਇਹ ਤੇਰੀਆਂ ਦਾਤਾਂ ਸਨ, ਦੇਂਦਾ ਦੇ ਲੈਂਦੇ ਤੱਕ ਪਾਹੇ, ਜੁਗਾ ਜਗੰਤਰ ਖਾਹੀ ਕਾਹੇ। ਜਨਮ ਮਰਨ ਦੋਹੂੰ ਤੇ ਛੁੱਟੇ, ਭਵ ਜਲ ਜਗਤ ਤਰਾਇਨ। ਤੇ ਵੱਡੀ ਮੰਗ ਜਿਹੜੀ ਮੇਰੀ ਸੀ ਉਹ ਪੂਰੀ ਹੋਈ ਆ। ਜਨਮ ਮਰਨ ਦੋਹੂੰ ਤੇ ਛੁੱਟੇ, ਭਵ ਜਲ ਜਗਤ ਤਰਾਇਨ। ਜਨਮ ਤੇ ਮਰਨ ਦੋਹਾਂ ਦੇ ਬੰਧਨਾਂ ਤੋਂ ਮੈਂ ਛੁੱਟਿਆ ਹਾਂ, ਛੁਟਕਾਰਾ ਹੋ ਗਿਆ ਭਾਵ ਕਿ ਮੇਰਾ। ਤੇ ਮੈਨੂੰ ਭਵਜਲ ਦੇ ਵਿੱਚੋਂ ਆ ਨਾਰਾਇਣ ਨੇ, ਕਰਤਾਰ ਜੀ ਨੇ, ਸਤ ਕਰਤਾਰ ਨੇ ਤਾਰ ਦਿੱਤਾ। ਖੋਜਤ ਖੋਜਤ ਤਤ ਵਿਚਾਰਿਓ, ਦਾਸ ਗੋਬਿੰਦ ਪਰਾਇਣ। ਖੋਜ ਖੋਜ ਕੇ ਇਹੀ ਗੱਲ ਤੱਤ ਕੱਢਿਆ ਗਿਆ ਹੈ ਕਿ ਅਵਿਨਾਸੀ ਖੇਮ, ਜੇ ਬੰਦੇ ਨੂੰ ਸਦਾ ਵਾਲੀ ਖੁਸ਼ੀ ਚਾਹੀਦੀ ਆ, ਕਦੇ ਵੀ ਨਾ ਖਤਮ ਹੋਣ ਵਾਲਾ ਸੁੱਖ ਚਾਹੀਦਾ, ਤਾਂ ਸਦਾ ਸਿਮਰ ਨਾਰਾਇਣ। ਤਾਂ ਉਸ ਨਾਰਾਇਣ ਨੂੰ ਸਿਮਰ ਕੇ ਹੀ ਐਸੇ ਅਬਨਾਸੀ ਖੇਮ ਦੀ, ਸਦਾ ਵਾਲੇ ਚਾਉ ਦੀ, ਸਦਾ ਮਨ ਚਾਉ ਦੀ, ਨਾਨਕ ਭਗਤਾਂ ਸਦਾ ਵਿਗਾਸ, ਇਹ ਵਾਲੀ ਅਵਸਥਾ ਪ੍ਰਾਪਤ ਹੁੰਦੀ ਆ। ਇਸ ਕਰਕੇ ਇੱਥੇ ਬਹੁਤ ਲੋਕ ਹਨ ਜਿਨ੍ਹਾਂ ਦੇ ਅੰਦਰ ਟਿਕਾ ਨਹੀਂ, ਜਿਨ੍ਹਾਂ ਦੇ ਅੰਦਰ ਸ਼ਾਂਤੀ ਨਹੀਂ, ਜਿਨ੍ਹਾਂ ਦੇ ਅੰਦਰ ਵਿਗਾਸ ਨਹੀਂ, ਖੇੜਾ ਨਹੀਂ, ਉਹ ਦੁੱਖਾਂ ਦੇ ਵਿੱਚ ਨੇ, ਅੰਦਰੋਂ ਉਖੜੇ ਹੋਏ ਨੇ। ਲੋਕ ਇੱਕ ਦੂਜੇ ਨੂੰ ਇਵੇਂ ਮਿਲਦੇ ਨੇ ਜਿਵੇਂ ਹਨੇਰੀਆਂ ਬਾਵ ਰੋਲਿਆਂ ਨੂੰ ਤੇ ਬਾਵ ਰੋਲੇ ਹਨੇਰੀਆਂ ਨੂੰ ਮਿਲਦੇ ਨੇ। ਉਹਨਾਂ ਦੇ ਵਿੱਚ ਹੁਣ ਸ਼ਾਂਤੀ ਨਹੀਂ ਰਹੀ, ਉਹਨਾਂ ਵਿੱਚ ਹੁਣ ਟਿਕਾ ਨਹੀਂ ਰਿਹਾ, ਜਿਹਦੇ ਕਰਕੇ ਉਹਨਾਂ ਦੀ ਜ਼ਿੰਦਗੀ ਬਹੁਤ ਜ਼ਿਆਦਾ ਅੰਦਰੋਂ ਉਖੜੀ ਪਈ ਆ। ਪਰ ਗੁਰੂ ਮਹਾਰਾਜ ਦੀ ਬਾਣੀ ਜਪ ਕੇ ਰਸਨਾ ਗੁਣ, ਰਸਨਾ ਦੇ ਅਰਥ ਆ ਜੀਵ, ਜੀਵ ਦੇ ਨਾਲ ਗੁਣ ਗੋਪਾਲ, ਗੋਪਾਲ ਦੇ ਗੁਣ ਗਾ ਕੇ ਨਿਤ ਗਾਇਣ, ਇਹ ਖਜ਼ਾਨੇ ਦੇ ਵਾਂਗ ਲੱਗਦੇ ਨੇ, ਜਿਹਦੇ ਵਿੱਚੋਂ ਸ਼ਾਂਤ ਸਹਿਜ ਰਹਿਸ ਮਨ ਉਪਜਿਓ, ਸਗਲੇ ਦੁੱਖ ਭੁਲਾਇਣ। ਜਿਹਦੇ ਵਿੱਚੋਂ ਬੰਦੇ ਨੂੰ ਸ਼ਾਂਤੀ ਮਿਲਦੀ ਆ,
ਸਕੂਨ ਮਿਲਦਾ, ਸਬਰ ਮਿਲਦਾ, ਉਹਦੇ ਸਗਲੇ ਦੁੱਖ ਸਗਲੇ ਰੋਗ ਜਿਹੜੇ ਨੇ ਦੂਰ ਹੋ ਜਾਂਦੇ ਨੇ। ਜੋ ਮੰਗੇ ਸੋਈ ਸੋਈ ਪਾਵੇ, ਸੇਵ ਹਰ ਕੇ ਚਰਨ ਰਸਾਇਣ। ਜੋ ਮੰਗਦੇ ਸੀ ਗੁਰੂ ਤੋਂ ਉਹ ਮਿਲ ਗਿਆ, ਤੇ ਜੋ ਮੰਗਿਆ ਸੀ ਨਹੀਂ ਮਿਲਿਆ ਉਹ ਵੀ ਚੰਗਾ ਹੀ ਹੋਇਆ। ਜਿਵੇਂ ਕਿ ਇੱਕ ਵਿਦਵਾਨ ਨੇ ਆਖਿਆ ਬੜਾ ਸੁੰਦਰ, ਕਹਿੰਦੇ ਸ਼ੁਕਰ ਆ ਮੇਰੀਆਂ ਸਾਰੀਆਂ ਅਰਦਾਸਾਂ ਰੱਬ ਨੇ ਪੂਰੀਆਂ ਨਹੀਂ ਕੀਤੀਆਂ। ਜਦੋਂ ਮੈਂ ਪਹਿਲਾਂ ਮੰਗਦਾ ਸੀ ਮੈਨੂੰ ਇਹ ਦੇ ਉਹ ਦੇ, ਬੰਦੇ ਦਾ ਹੀ ਸੁਭਾਅ। ਕਹਿੰਦੇ ਗੁਰੂ ਨਾਲ ਸਾਡਾ ਸੰਬੰਧ ਬਸ ਇੰਨਾ ਹੀ ਆ, ਤੈਥੋਂ ਕੁਝ ਮੰਗਿਆ ਸੀ ਤੇ ਤੂੰ ਦੇ ਦਿੰਦਾ, ਜੇ ਤੂੰ ਨਹੀਂ ਦਿੰਦਾ ਤੇ ਫਿਰ ਮੈਂ ਹੋਰ ਘਰ ਲੱਭ ਲੂੰਗਾ। ਬੰਦੇ ਦਾ ਇੰਨਾ ਕੀ ਸੁਭਾਅ ਹੈ, ਇਵੇਂ ਦਾ ਬੰਦਾ ਹੈ। ਸ਼ੁਕਰ ਹੈ ਕਹਿੰਦੇ ਤੂੰ ਮੇਰੀਆਂ ਸਾਰੀਆਂ ਅਰਦਾਸਾਂ ਨਹੀਂ ਪੂਰੀਆਂ ਕੀਤੀਆਂ, ਨਹੀਂ ਅੱਜ ਜ਼ਿੰਦਗੀ ਬੜੀ ਖਰਾਬ ਹੁੰਦੀ। ਕਾਰਨ ਮੈਨੂੰ ਪਤਾ ਹੀ ਨਹੀਂ ਸੀ ਮੈਂ ਕੀ ਮੰਗਣਾ। सब कुछ मांग लिया खुदा से, खुदा को मांग कर उठते नहीं हाथ मेरे इस दुआ के बाद। रब तो रब नूं मंगना सी। शुक्र आ जो मैं मंगिया वो नहीं पाया, नहीं मिलिया, नहीं अज जिंदगी मेरी होर तरह की हुंदी। जिंदगी मेरी इन्नी ज़्यादा खतरनाक होनी सी जे जो मंगिया मैनूं वो मिल जांदा। बंदा इहो जिहा कुछ गुरु तो मंग बैंदा है। कहंदे हुंदे ने जिवें कि हत्थां दे नाल दित्तियां होईयां गंढां बाद विच बंदा रो रो के खोलदा है, दंदां दे नाल पीचियां जांदियां खुलदियां नहीं। इदां ही बंदे दे आपदे ही बुने होए जाल उहनूं खुआर करदे ने। बंदे नूं दुखी करन लई कोई दूजा नहीं, बंदा आप ही बहुत आ। बंदे नूं लगदा भी मैनूं दूजा बंदा दुखी करदा, पर बाणी कहंदी नहीं, बंदे दे अंदर ही सूरज डुबदा, अंदर ही चढ़दा। इहनूं दुखी करन लई आप ही बहुत आ, दूजा इहनूं दुखी नहीं कर सकदा। बंदे दीयां चलाकियां, बंदे दे फरेब, बंदे दीयां चतराइयां यही इहनूं मारदियां ने। कहते जिन्ना तुसी चलाक हुंदे जाओगे उन्ना तुसी डुबदे जाओगे, जिन्ना तुसी चलाक हुंदे जाओगे उन्ना तुहाडा हिरदा मरदा जावेगा। ते शांति वो बंदे कोल आ जिहदे कोल हिरदा, दूजियां दे कोल नहीं हुंदी। इस करके बहुत पंक्तियां ने, ए मन चंचला चितराई किने न पाया, चितराई न पाया किने तू सुन मन मेरिया। इदां दीयां पंक्तियां काफ़ी ने। रे जन मन माधो स्यों लाइए, चितराई ना चतर पुज पाईए। चलाकियां दे नाल नहीं। कहा जाता कि बुरे विचार दा अंत बुरा, अंत बुरे दा बुरा ही हुंदा ते अंत भले दा भला ही हुंदा। एक बघियाड़ सी, एक कहानी पढ़ी मैं, बच्चों वाली आ पर है बहुत वधिया, सोहनी कहानी आ पर वधिया मोटिवेशनल है, तो सुन के चंगी तरह समझ आउंदी आ कि की मतलब बंदा की करदा। एक बघियाड़ सी, कहंदे वो तुरिया जांदा सी, समझाउण लई इदां दीयां कहानियां सिर्फ ਉਹਦਾ मॉरल कड्ढना हुंदा। आपां ये नहीं वेखना हुंदा भी ये होई आ जां नहीं होई, इवें नहीं भी हुंदा कई बार, पर ये झूठियां कहानियां सच की खबर दिंदियां ने, इहो जिहियां हुंदियां। तां उहनूं एक भेड़ की खल ना लभ गई। बघियाड़ सी बड़ा खुश होया, कहंदा हुण मैं इहनूं पहन के ते भेडां च रल जांगा, भेडां दे इज्जड़ च रल जांगा। फिर कहंदा मैं जदों रात हो जूगी ना, मालक उन्हां नूं बंद कर दूगा ते बाड़े दे विच ते मैं खा जूंगा एक एक करके सारियां नूं। इवें मेरा जीवन सौखा लंघ जूगा। बंदा भी इदां ही कहंदा मैं राते रात अमीर हो जा, छेती छेती मैं वो बन जा। फिर वो इदां दे काम करदा, सौखे राह तां फिर इदां दे हुंदे ने। उहने खल पहन लई ते भेडां दे जड़ विच जाके रल गया। नहीं पता लगा जड़ी नूं, रात नूं ना बंद कर दित्तियां भेडां, जिवें वाड़े च कर दिंदे ने। बहुत खुश होया, कहंदा अज जदों रात मतलब पूरी हो जूगी,
ਸਵੇਰ ਨੂੰ ਮੈਂ ਕਈ ਭੇਡਾਂ ਖਾ ਲਾਂਗਾ ਤੇ ਮੇਰੀ ਭੁੱਖ ਮਿਟ ਜੂਗੀ। ਐਵੇਂ ਕਹਿੰਦਾ ਮੇਰਾ ਜਿਹੜੀ ਖੇਡ ਆ ਜਿਹੜੀ ਚੱਲਦੀ ਰਹਿਣੀ ਆ, ਜਿਹੜੀ ਨੂੰ ਪਤਾ ਹੀ ਨਹੀਂ ਲੱਗਣਾ। ਉਸ ਦਿਨ ਕੁਦਰਤੀ ਤੌਰ ਤੇ ਉਹ ਲਿਖਣ ਵਾਲਾ ਲਿਖਦਾ ਕਿ ਉਹਨੇ ਦਾਵਤ ਦਿੱਤੀ ਸੀ, ਆ ਜਿਹੜੀ ਨੇ ਦਾਵਤ ਦਿੱਤੀ ਸੀ ਆਪਦੇ ਦੋਸਤਾਂ ਨੂੰ ਵੀ ਤੁਸੀਂ ਆਇਓ ਤੇ ਮੈਂ ਤੁਹਾਨੂੰ ਅੱਜ ਭੋਜਨ ਦੇਵਾਂਗਾ। ਉਹ ਆ ਗਏ ਕੁਦਰਤੀ ਉਹਦੇ ਦੋਸਤ, ਤਾਂ ਕਹਿੰਦੇ ਕੀ ਖਵਾਓਗੇ ਸਾਨੂੰ? ਉਹ ਕਹਿੰਦਾ ਮੈਂ ਭੇਡ ਹੀ ਖਵਾ ਦਿੰਦਾ, ਮਤਲਬ ਉਹਨੂੰ ਕੱਟ ਕੇ ਉਹ ਖਵਾਵਾਂਗਾ। ਕਹਿੰਦੇ ਕਿਹੜੀ ਭੇਡ? ਉਹ ਕਹਿੰਦੇ ਜਿਹੜੀ ਸਭ ਤੋਂ ਜ਼ਿਆਦਾ ਰਾਜੀ ਹੈ ਇਹਦੇ ਵਿੱਚ ਇੱਜੜ 'ਚ, ਉਹ ਲੈ ਕੇ ਆਓ। ਆਪਦੇ ਉਹਨੇ ਦੋਸਤ ਨੂੰ ਆਖਿਆ ਵੀ ਉਹਨੂੰ ਬਣਾਵਾਂਗੇ। ਉਹ ਗਿਆ ਤੇ ਜਿਹੜਾ ਬਘਿਆੜ ਸੀ ਚਲਾਕੀ ਦੇ ਨਾਲ ਭੇਡਾਂ ਦੇ ਇੱਜੜ 'ਚ ਸੀ, ਤਾਂ ਉਹਨੂੰ ਉਹੀ ਲੱਗਾ ਵੀ ਇਹ ਸਭ ਤੋਂ ਰਾਜੀ ਆ, ਬਘਿਆੜ ਸੀ। ਉਹਨੂੰ ਲਿਆਂਦਾ। ਉਸ ਦਿਨ ਕਹਿੰਦੇ ਦਾਵਤ ਦੇ ਵਿੱਚ ਉਹਨੂੰ ਕੱਟਿਆ ਗਿਆ, ਜਿਹੜਾ ਚਲਾਕੀ ਦੇ ਨਾਲ ਵਿੱਚ ਐਂਟਰ ਹੋਇਆ ਸੀ ਭੇਡਾਂ ਦੇ ਇੱਜੜ 'ਚ, ਉਹਨੂੰ ਹੀ ਬਣਾਇਆ ਗਿਆ, ਉਹਨੂੰ ਹੀ ਖਾਧਾ ਗਿਆ। ਬੰਦੇ ਦੀਆਂ ਚਲਾਕੀਆਂ ਉਹਨੂੰ ਮਾਰਦੀਆਂ ਨੇ, ਬੰਦੇ ਦੀਆਂ ਨਾਦਾਨੀਆਂ। ਇਸ ਕਰਕੇ ਮਹਾਰਾਜ ਕਹਿੰਦੇ ਨੇ ਚਤਰਾਈ ਨਾ ਚਤਰ ਭੁਜ ਪਾਈਐ, ਰੇ ਜਨ ਮਨ ਮਾਧੋ ਸਿਉ ਲਾਈਏ। ਕਿਹਾ ਜਾਂਦਾ ਵੀ ਚਤਰਾਈਆਂ ਦੇ ਨਾਲ ਨਹੀਂ, ਚਲਾਕੀਆਂ ਦੇ ਨਾਲ ਨਹੀਂ, ਪਰਮਾਤਮਾ ਭੋਲੇ ਭਾਏ ਮਿਲੇ ਰਘੁਰਾਇਆ। ਤਾਂ ਤੁਸੀਂ ਜੇ ਸ਼ਾਂਤ ਰਹਿਣਾ ਚਾਹੁੰਦੇ ਹੋ, ਦੇਖੋ ਨਾ ਬੱਚਿਆਂ ਦੀਆਂ ਜਿਹੜਾ ਸੁਭਾਅ ਹੈ, ਦੇਖਿਓ ਕਦੇ ਪੁੱਠੀਆਂ ਚੱਪਲਾਂ ਪਾ ਕੇ ਤੁਰ ਪੈਂਦੇ ਨੇ ਪੈਰਾਂ 'ਚ, ਪਰ ਉਹਨਾਂ ਦੇ ਮਨ 'ਚ ਸਭ ਕੁਝ ਸਿੱਧਾ ਹੁੰਦਾ। ਸਾਡੇ ਜੋੜੇ, ਸਾਡੀਆਂ ਚੱਪਲਾਂ ਭਾਵੇਂ ਸਿੱਧੀਆਂ ਹੁੰਦੀਆਂ ਨੇ, ਪਰ ਸਾਡੇ ਮਨ 'ਚ ਬੜਾ ਕੁਝ ਪੁੱਠਾ ਸਿੱਧਾ ਹੁੰਦਾ, ਮਨ 'ਚ ਕੁਝ ਸਿੱਧਾ ਨਹੀਂ ਹੁੰਦਾ। ਬੁਰੇ ਖਿਆਲ, ਬੁਰੇ ਵਿਚਾਰ, ਬੁਰੀ ਸੋਚਣੀ, ਇਹੀ ਤਾਂ ਬੰਦੇ ਨੂੰ ਡੋਬਦੀ ਆ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 52 ਬਚਨ ਹਨ। ਉਹਨਾਂ ਦੇ ਵਿੱਚ ਇੱਕ ਬਚਨ ਹੈ ਕਿ ਪਹਿਲੀ ਗੱਲ ਤਾਂ ਇਹ ਕਿ ਕਿਸੇ ਬਾਰੇ ਵੀ ਬੁਰੇ ਖਿਆਲ ਆਪਣੇ ਮਨ 'ਚ ਨਹੀਂ ਰੱਖਣੇ, ਬੁਰਾ ਨਹੀਂ ਚਿਤ ਬਣਾ। ਪਰ ਕਾ ਬੁਰਾ ਨਾ ਰਾਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਕਹਿੰਦੇ ਕਰਨਾ ਤਾਂ ਦੂਰ ਦੀ ਗੱਲ, ਸੋਚੋ ਵੀ ਨਾ ਬੁਰਾ। ਕਾਰਨ ਪਤਾ ਕੀ ਆ? ਜਿਹੜੀ ਚੀਜ਼ ਆਪਾਂ ਸੋਚ ਲੈਂਦੇ ਆ ਨਾ, ਉਹ ਸਾਡੇ ਅਵਚੇਤਨ ਮਨ 'ਚ ਸੇਵ ਹੋ ਜਾਂਦੀ ਆ। ਸੋਚੀ ਹੋਈ ਚੀਜ਼ ਨੂੰ ਅਸੀਂ ਸੋਚੀ ਜਾਂਦੇ ਆ, ਸੋਚੀ ਜਾਂਦੇ ਆ ਤੇ ਇੱਕ ਦਿਨ ਕਰ ਦਿੰਦੇ ਆ। ਇਹ ਬੰਦੇ ਦੀ ਫਿਤਰਤ ਹੈ। ਅੰਗਰੇਜ਼ਾਂ ਦੀ ਇੱਕ ਕਿਤਾਬ ਹੈ, ਉਹਦਾ ਪੰਜਾਬੀ 'ਚ ਅਨੁਵਾਦ ਹੋਇਆ ਸੀ। ਇਹ ਬਿਲੀਅਨ ਮਿਲੀਅਨ 'ਚ ਵਿਕਦੀਆਂ ਨੇ ਕਿਤਾਬਾਂ, ਇੰਨੇ ਲੋਕ, ਇੰਨੀਆਂ ਕਾਪੀਆਂ ਵਿਕਦੀਆਂ। ਦੀ ਪਾਵਰ ਆਫ ਯੂਅਰ ਸਬਕੌਂਸ਼ੀਅਸ ਮਾਈਂਡ, ਉਹਦਾ ਪੰਜਾਬੀ 'ਚ ਅਨੁਵਾਦ ਹੋਇਆ ਅਵਚੇਤਨ ਮਨ ਦੀ ਸ਼ਕਤੀ। ਉਹ 'ਚ ਉਹਨਾਂ ਇਹੀ ਦੱਸਿਆ, ਜੋ ਤੁਸੀਂ ਕਹਿਤਾ ਨਾ ਮੈਂ ਬਣਨਾ, ਸੋਚੀ ਗਏ, ਇੱਕ ਦਿਨ ਤੁਸੀਂ ਬਣ ਜਾਓਗੇ। ਬੰਦੇ ਦੇ ਅੰਦਰ ਬਹੁਤ ਤਾਕਤ ਆ, ਇਹ 7 ਸਮੁੰਦਰਾਂ ਨੂੰ ਕਲਾਵੇ 'ਚ ਲੈ ਸਕਦਾ, ਪਰ ਬੰਦਾ ਇੰਨਾ ਅੰਦਰੋਂ ਕਮਜ਼ੋਰ ਆ ਕਿ ਇੱਕ ਮੱਛਰ ਵੀ ਇਹਨੂੰ ਨਿਗੂਣਾ ਬਣਾ ਸਕਦਾ। ਇਹ ਵੀ ਗੱਲ ਆ, ਅੰਦਰ ਹੀ ਬੰਦੇ ਦੇ ਬੜੀ ਸ਼ਕਤੀ ਆ, ਅੰਦਰੋਂ ਹੀ ਬੰਦੇ ਬੜੇ ਕਮਜ਼ੋਰ ਨੇ। ਤਾਕਤਵਰ ਬੰਦੇ ਹੋਣਗੇ ਤਾਂ ਅੰਦਰੋਂ ਹੋਣਗੇ, ਕਮਜ਼ੋਰ ਹੋਣਗੇ ਤਾਂ ਅੰਦਰੋਂ ਹੋਣਗੇ, ਦੁਖੀ ਹੋਣਗੇ ਤਾਂ ਅੰਦਰੋਂ ਹੋਣਗੇ, ਸ਼ਾਂਤ ਹੋਣਗੇ ਤਾਂ ਅੰਦਰੋਂ ਹੋਣਗੇ। ਬੰਦੇ ਦੇ ਅੰਦਰ ਹੀ ਸਾਰੇ ਖਜ਼ਾਨੇ ਆ। ਇੱਥੇ ਮਹਾਰਾਜ ਨੇ ਆਖਿਆ ਸ਼ਾਂਤ ਸਹਿਜ ਰਹਸ ਮਨ ਉਪਜਿਓ, ਸਗਲੇ ਦੂਖ ਪਲਾਏ, ਰਸਨਾ ਗੁਣ ਗੋਪਾਲ ਨਿਧ ਗਾਏ। ਅੰਦਰੋਂ ਤਾਕਤ ਕਿਵੇਂ ਪੈਦਾ ਹੁੰਦੀ ਆ? ਵਾਹਿਗੁਰੂ ਨੂੰ ਜਪ ਜਪ ਕੇ, ਸਿਮਰ 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 ਕੇ। ਸ਼ਾਂਤ, ਸ਼ਾਂਤੀ, ਸਹਿਜ, ਮਨ ਦਾ ਟਿਕਾ, ਰਹਿਸ, ਇਹਦੇ ਹੁੰਦੇ ਨੇ ਅਰਥ ਕਿ ਖੁਸ਼ੀ। ਮਨ ਉਪਜਿਓ, ਸਗਲੇ ਦੁੱਖ ਪਲਾਏ। ਦੁੱਖ ਪਲਾਇਨ ਦਾ ਮਤਲਬ ਦੁੱਖ ਗਵਾਚ ਜਾਂਦੇ ਆ, ਦੂਰ ਹੋ ਜਾਂਦੇ ਆ, ਸਾਰੇ ਦੁੱਖ ਹੀ ਗਵਾਚ ਜਾਂਦੇ ਆ। ਜੋ ਮੰਗੇ ਸੋਈ ਸੋਈ ਪਾਵੇ, ਸੇਵ ਹਰ ਕੇ ਚਰਨ ਰਸਾਇਨ। ਜਨਮ ਮਰਨ ਦੋਹੂ ਤੇ ਛੂਟੇ, ਭਵਜਲ ਜਗਤ ਤਰਾਇਨ। ਜੋ ਮੰਗਿਆ ਸੀ ਸੋਈ ਸੋਈ ਮੈਂ ਪਾਲਿਆ। ਵੱਡੀ ਚੀਜ਼ ਉਹਦੇ ਵਿੱਚ ਕੀ ਸੀ? ਜਨਮ ਮਰਨ ਦੋਹੂ ਤੇ ਛੂਟੇ, ਇਹਨਾਂ ਦੋਨਾਂ ਤੋਂ ਮੇਰਾ ਛੁਟਕਾਰਾ ਹੋ ਗਿਆ
ਤੇ ਭਵਜਲ ਜਗਤ ਤਰਾਇਨ। ਇਸ ਸੰਸਾਰ ਸਮੁੰਦਰ 'ਚ ਮੈਨੂੰ ਕਿਸ਼ਤੀ ਮਿਲ ਗਈ ਇੱਕ ਨਾਮ ਦੀ, ਉਹ 'ਚ ਬਹਿ ਕੇ ਮੈਂ ਤਰ ਗਿਆ। ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਵਿੰਦ ਪਰਾਇਨ। ਕਹਿੰਦੇ ਰੱਬ ਦੇ ਪਿਆਰਿਆਂ ਨੇ ਖੋਜ ਖੋਜ ਕੇ ਸਿਮਰ ਸਿਮਰ ਕੇ ਤੇ ਤਤ ਕੱਢਿਆ, ਇੱਕ ਅਰਕ ਕੱਢਿਆ। ਉਹ ਇਹ ਆ ਕਿ ਅਬਨਾਸੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ। ਅਬਨਾਸੀ ਖੇਮ ਹੁੰਦਾ ਉਹ ਖੁਸ਼ੀ, ਉਹ ਸੁੱਖ ਜਿਹੜਾ ਕਦੇ ਮੁੱਕਦਾ ਨਹੀਂ। ਆਪਣੇ ਜਿਹੜੇ ਸੁੱਖ ਨੇ ਇਹ ਮੁੱਕਦੇ ਨੇ, ਸੁੱਖ ਦੁੱਖ 'ਚ ਬਦਲ ਜਾਂਦਾ, ਖੁਸ਼ੀ ਗਮੀ 'ਚ ਬਦਲ ਜਾਂਦੀ, ਹਾਸੇ ਰੋਣਿਆਂ 'ਚ ਬਦਲ ਜਾਂਦੇ ਆ। ਪਰ ਰੱਬ ਦੇ ਪਿਆਰਿਆਂ ਨੇ ਖੋਜਤ ਖੋਜਤ ਤਤ ਵਿਚਾਰਿਓ, ਇੱਕ ਤਤ ਵਿਚਾਰਿਆ, ਇੱਕ ਗੱਲ ਕੱਢੀ ਆ, ਖੋਜ ਕੀਤੀ ਆ। ਅਬਨਾਸੀ ਖੇਮ ਚਾਹੇ ਜੇ ਨਾਨਕ। ਜੇ ਕੋਈ ਸਦਾ ਵਾਲੀ ਖੁਸ਼ੀ ਲੈਣਾ ਚਾਹੁੰਦਾ ਹੈ ਉਹਦੇ ਲਈ ਸਦਾ ਸਿਮਰ ਨਾਰਾਇਣ, ਉਹਦੇ ਲਈ ਸਦਾ ਵਾਸਤੇ ਉਹਨੂੰ ਯਾਦ ਰੱਖੋ, ਰੱਬ ਨੂੰ ਸਦਾ ਵਾਸਤੇ ਉਹਨੂੰ ਸਿਮਰੀ ਚੱਲੋ, ਗਾਈ ਚੱਲੋ, ਚਿੱਤ 'ਚ ਚੇਤੇ ਰੱਖੋ। ਦਿਖਾਉਣ ਦੀ ਲੋੜ ਨਹੀਂ ਕਿ ਮੈਂ ਯਾਦ ਕਰ ਰਿਹਾ, ਇਹ ਵੀ ਦੱਸਣ ਦੀ ਲੋੜ ਨਹੀਂ। ਇੱਕ ਫਕੀਰ ਨੇ ਬੜਾ ਸੋਹਣਾ ਲਿਖਿਆ, ਮਹਾਂਪੁਰਸ਼ਾਂ ਦੀ ਗਾਥਾ ਹੈ। ਕਹਿੰਦੇ ਜੇ ਤੁਸੀਂ ਰੱਬ ਨੂੰ ਯਾਦ ਕਰਨ ਲੱਗਦੇ ਹੋ, ਉਹਦੇ ਲਈ ਵੱਖਰਾ ਸਮਾਂ ਕੱਢਦੇ ਹੋ, ਪਰ ਤੁਹਾਡੇ ਕੋਲ ਕਈਆਂ ਕੋਲ ਸਮਾਂ ਵੀ ਹੈ ਨਹੀਂ। ਉਹ ਇੱਕ ਤਰੀਕਾ ਦੱਸਦੇ ਨੇ, ਇੱਕ ਢੰਗ ਦੱਸਦੇ ਨੇ। ਕਹਿੰਦੇ ਸਾਰਾ ਦਿਨ ਤੁਸੀਂ ਜਦੋਂ ਤੁਰੇ ਫਿਰਦੇ ਹੋ, ਬਸ 1-2 ਸਕਿੰਟ ਵਾਸਤੇ ਰੁਕ ਕੇ ਆਪਦੇ ਅੰਦਰ ਦੇਖੋ ਕਿ ਮੇਰੇ ਅੰਦਰ ਰੱਬ ਦੀ ਯਾਦ ਚੱਲਦੀ ਆ ਕਿ ਨਹੀਂ। 1 ਘੰਟੇ ਬਾਅਦ ਹੀ ਦੇਖ ਲਵੋ ਯਾਦ ਚੱਲਦੀ ਆ ਕਿ ਨਹੀਂ ਚੱਲਦੀ। ਜੇ ਨਹੀਂ ਵੀ ਚੱਲਦੀ ਨਾ, ਉਹ ਕਹਿੰਦੇ ਤਾਂ ਇਹ ਦੇਖਣਾ ਵੀ ਯਾਦ ਚੱਲਦੀ ਆ ਕਿ ਨਹੀਂ ਚੱਲਦੀ, ਇਹ ਸਿਮਰਨ ਬਣ ਜੂਗਾ। ਦੇਖਣਾ ਹੀ, ਤੁਸੀਂ 1 ਘੰਟੇ ਬਾਅਦ ਦੇਖ ਰਹੇ ਹੋ ਆਪਦੇ ਮਨ ਦੇ ਅੰਦਰ, ਇਹ ਮਨ ਆਰਸੀ ਕੋਈ ਗੁਰਮੁਖ ਦੇਖੈ, ਪਰ ਉਹ ਗੁਰਮੁਖਾਂ ਦਾ ਕੰਮ ਆ ਦੇਖਣਾ ਮਨ ਨੂੰ, ਆਮ ਬੰਦਾ ਦੇਖਦਾ ਨਹੀਂ। ਇਹ ਦੇਖੋ ਮੇਰੇ ਅੰਦਰ ਕੀ ਚੱਲਦਾ। ਜੇ ਇਹ ਦੇਖੋ ਵੀ ਰੱਬ ਦੀ ਯਾਦ ਚੱਲਦੀ ਆ ਕਿ ਨਹੀਂ, ਇਹ ਦੇਖਣਾ ਹੀ ਸਿਮਰਨ ਹੋ ਜਾਂਦਾ। ਉਹ ਕਹਿੰਦੇ ਜੇ ਦਿਨ 'ਚ 24 ਵਾਰ ਦੇਖ ਲਿਆ, 12 ਵਾਰ 15 ਵਾਰ ਦੇਖ ਲਿਆ ਤਾਂ 15 ਵਾਰ ਸਿਮਰਨ ਹੋ ਗਿਆ। ਦੇਖੋ ਇਉਂ ਯਾਦ ਚੱਲਦੀ ਆ ਕਿ ਨਹੀਂ, ਨਹੀਂ ਵੀ ਚੱਲਦੀ, ਉਹ ਦੇਖਣਾ ਹੀ ਸਿਮਰਨ ਹੋ ਜਾਏਗਾ। ਅਬਨਾਸੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ। ਤਾਂ ਸੰਤ ਸਮੂਹ ਅਨੇਕ ਮਤੀ ਕੇ, ਸੰਤਾਂ ਦਾ ਸੁਭਾਅ ਵੱਖ-ਵੱਖ ਹੁੰਦਾ। ਕਈ ਕਿੱਦਾਂ ਜਪਦੇ ਨੇ, ਕਈ ਕਿਵੇਂ, ਅਲੱਗ-ਅਲੱਗ ਤਰੀਕੇ ਆ ਸਾਰੇ। ਕੋਈ ਹੋਰ ਤਰੀਕੇ ਨਾਲ ਪਹੁੰਚੇ ਨੇ, ਕੋਈ ਹੋਰ ਤਰੀਕੇ ਨਾਲ ਪਹੁੰਚੇ ਨੇ, ਕੋਈ ਕਿਸੇ ਮੰਤਰ ਨੂੰ ਜਪ ਕੇ ਪਹੁੰਚੇ ਆ, ਕੋਈ ਕਿਵੇਂ, ਇਵੇਂ ਵੱਖ-ਵੱਖ ਨੇ। ਪਰ ਜਿਵੇਂ ਸੰਗੀਤ ਵਿੱਚ ਨਾ ਮੇਨ 7 ਸੁਰਾਂ ਹੁੰਦੀਆਂ, ਜਿਵੇਂ ਸਾਰੇ ਗਾਮਾ ਪਾਦਾ ਨੀਸਾ, ਇਹ ਮੇਨ ਹੁੰਦੀਆਂ ਨੇ। ਇਹਨਾਂ ਨੂੰ ਮਿਲਾ ਕੇ ਹੀ ਅੱਗੇ ਸੁਰ ਨਿਕਲਦੇ ਆ, ਪਰ ਮੇਨ ਸੁਰਾਂ 7 ਹੀ ਨੇ। ਤਾਂ ਅੱਗੇ ਉਹਨਾਂ ਨੂੰ ਮਿਲਾ ਕੇ ਤਰ੍ਹਾਂ ਦੀਆਂ ਰਾਗਣੀਆਂ, ਤਰ੍ਹਾਂ ਦੇ ਸੁਰ, ਤਰ੍ਹਾਂ ਦੇ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਸਾਜ਼ ਹਨ ਉਹ ਵੀ ਹਨ, ਪਰ ਸਾਰੇ ਸਾਜ਼ ਹੀ ਚੰਗੇ ਹੁੰਦੇ ਆ, ਸਾਰਿਆਂ ਦੀ ਆਵਾਜ਼ ਬੜੀ ਪਿਆਰੀ ਹੁੰਦੀ ਆ। ਇਸ ਕਰਕੇ ਸੰਗੀਤ ਨਹੀਂ ਮਾੜਾ ਹੁੰਦਾ, ਸੰਗੀਤ ਰਾਹੀਂ ਕੀ ਪਰੋਸਿਆ ਜਾਂਦਾ ਉਹ ਮਾੜਾ ਹੁੰਦਾ। ਉਹ ਦੇਖਣਾ ਪੈਂਦਾ ਵੀ ਗਲਤ ਤਾਂ ਨਹੀਂ ਕਿਤੇ, ਵੀ ਲੱਚਰ ਗੀਤ ਤਾਂ ਨਹੀਂ ਕਿਤੇ, ਗਲਤ ਤਾਂ ਨਹੀਂ। ਸੰਗੀਤ ਕੀਰਤਨ ਵੀ ਸੰਗੀਤ ਆ ਜਿਹੜਾ ਮਨ ਨੂੰ ਸਕੂਨ ਦਿੰਦਾ, ਵਧੀਆ ਜਿਹੜੇ ਰਾਗੀ ਗਾਉਂਦੇ ਨੇ। ਸੰਗੀਤ ਹੁਣ ਮਾੜਾ ਸੰਗੀਤ ਵੀ ਆ, ਸੰਗੀਤ ਦਾ ਕੋਈ ਕਸੂਰ ਨਹੀਂ, ਸੰਗੀਤ ਰਾਹੀਂ ਕੀ ਪਰੋਸਿਆ ਜਾ ਰਿਹਾ ਉਹ ਦੇਖਣਾ ਹੁੰਦਾ। ਇਸ ਕਰਕੇ ਮਹਾਰਾਜ ਕਹਿੰਦੇ ਇੱਥੇ ਖੋਜਤ ਖੋਜਤ ਤਤ ਵਿਚਾਰਿਓ। ਖੋਜ ਕੇ ਇੱਕ ਗੱਲ ਕੱਢੀ ਆ, ਕਿਹਨੇ ਕੱਢੀ ਆ? ਦਾਸ ਗੋਵਿੰਦ, ਗੋਬਿੰਦ ਦੇ ਦਾਸਾਂ ਨੇ। ਅਬਨਾਸੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ। ਜੇ ਤੁਸੀਂ ਸਦਾ ਵਾਲੀ ਖੁਸ਼ੀ ਲੈਣਾ ਚਾਹੁੰਦੇ ਹੋ ਤਾਂ ਉਹਨੂੰ ਯਾਦ ਰੱਖੋ, ਮਾਲਕ ਨੂੰ। ਜਿਹਨੇ ਤੇਰਾ ਬਦਨ ਬਣਾਇਆ ਉਹਦਾ ਦਿਲੋਂ ਖਿਆਲ ਭੁਲਾਇਆ। ਪਰ ਜਿਹਨੇ ਬੰਦੇ ਦਾ ਸਰੀਰ ਬਣਾਇਆ ਸੀ, ਕਹਿੰਦੇ ਮਾਂ ਦੇ ਉਦਰ ਦੇ ਵਿੱਚ 9 ਮਹੀਨੇ ਰੱਖਿਆ ਕੀਤੀ ਸੀ, ਸਾਹਾਂ ਦੀਆਂ ਬੁਰਕੀਆਂ ਦੇ ਕੇ ਜਿਉਂਦਾ ਰੱਖਿਆ ਸੀ, ਉਹਨੂੰ ਹੀ ਬੰਦਾ ਭੁੱਲ ਜਾਂਦਾ। ਅਕ੍ਰਿਤ ਕਣ,
ਭਾਈ ਗੁਰਦਾਸ ਜੀ ਕਹਿੰਦੇ ਮੈਂ ਧਰਤੀ ਤੋਂ ਪੁੱਛਿਆ, ਉਹਨਾਂ ਦੇ ਲਿਖਣ ਦਾ ਅੰਦਾਜ਼ ਆ, ਇਹ ਕਵੀ ਨੇ ਨਾ, ਕਵੀ ਇਦਾਂ ਹੀ ਲਿਖਦੇ ਨੇ। ਧਰਤੀ ਨੂੰ ਪੁੱਛਿਆ ਵੀ ਤੈਨੂੰ ਹਿਮਾਲਾ ਪਰਬਤ ਦਾ ਭਾਰ ਨਹੀਂ ਲੱਗਦਾ? ਹਾਂ, ਏਡੇ ਏਡੇ ਪਹਾੜ ਨੇ, ਮਾਊਂਟ ਐਵਰੈਸਟ ਦੀ ਚੋਟੀ ਆ, ਹਿਮਾਲਾ ਪਰਬਤ ਨੇ। ਉਹ ਕਹਿੰਦੀ ਨਹੀਂ, ਮੈਨੂੰ ਇਹਨਾਂ ਦਾ ਭਾਰ ਨਹੀਂ ਲੱਗਦਾ। ਫਿਰ ਕਹਿੰਦੇ ਚੱਲ ਤੈਨੂੰ ਭਾਰ ਲੱਗਦਾ ਹੋਣਾ, ਨਦੀਆਂ ਵਗਦੀਆਂ ਨੇ, ਦਰਿਆ ਵਗਦੇ ਨੇ, ਸਮੁੰਦਰ ਨੇ, ਇਹਨਾਂ ਦਾ ਭਾਰ ਨਹੀਂ ਲੱਗਦਾ? ਕਹਿੰਦੀ ਨਹੀਂ, ਇਹਨਾਂ ਦਾ ਵੀ ਮੈਨੂੰ ਭਾਰ ਨਹੀਂ ਲੱਗਦਾ। ਫਿਰ ਕਹਿੰਦੇ ਇੰਨੇ ਇੰਨੇ ਰੁੱਖ ਨੇ ਵੱਡੇ ਵੱਡੇ, ਅਸਮਾਨਾਂ ਨੂੰ ਛੂੰਹਦੇ, ਉਹਨਾਂ ਤੇ ਫਲ ਲੱਗੇ ਆ, ਇਹਨਾਂ ਦਾ ਭਾਰ ਨਹੀਂ ਲੱਗਦਾ? ਉਹ ਕਹਿੰਦੀ ਨਹੀਂ, ਇਹਦਾ ਵੀ ਮੈਨੂੰ, ਭਾਈ ਗੁਰਦਾਸ ਜੀ ਕਹਿੰਦੇ, ਉਹ ਬੋਲੀ ਅੱਗੋਂ, ਨਹੀਂ ਇਹਦਾ ਭਾਰ ਨਹੀਂ ਲੱਗਦਾ। ਫੇਰ ਕਿਹਦਾ ਭਾਰ ਲੱਗਦਾ? ਤੈਨੂੰ ਭਾਰ ਹੀ ਨਹੀਂ ਲੱਗਦਾ? ਉਹ ਕਹਿੰਦੀ ਨਹੀਂ ਲੱਗਦਾ। ਕਿਹਦਾ? ਭਾਰੀ ਭੋਈ ਅਕ੍ਰਿਤ ਕਣ ਮੰਦੀ ਹੂੰ ਮੰਦੇ, ਮੈਨੂੰ ਭਾਰ ਲੱਗਦਾ ਅਕ੍ਰਿਤ ਕਣ ਬੰਦਿਆਂ ਦਾ। ਅਕ੍ਰਿਤ ਕਣ ਕਹਿੰਦੇ ਨੇ ਜਿਹੜੇ ਮਤਲਬ ਕਿ ਗੁਣ ਕਿਸੇ ਦਾ ਭੁਲਾ ਦਿੰਦੇ ਨੇ, ਯਾਦ ਨਹੀਂ ਰੱਖਦੇ, ਅਕ੍ਰਿਤ ਕਣ ਹੁੰਦੇ ਨੇ। ਰੱਬ ਨੂੰ ਭੁਲਾ ਦੇਣਾ ਸਭ ਤੋਂ ਵੱਡਾ ਅਕ੍ਰਿਤ ਕਣ। ਜਿਹਨੇ ਤੇਰਾ ਬਦਨ ਬਣਾਇਆ, ਉਹਨਾਂ ਦਿਲੋਂ ਖਿਆਲ ਭੁਲਾਇਆ। ਇਹ ਕਰਕੇ ਬੰਦਾ ਖੁਸ਼ੀ ਭਾਲਦਾ। ਫਿਰ ਅਕ੍ਰਿਤ ਕਣ ਬਣ ਕੇ ਕੀ ਕਹਿੰਦੇ, ਅਸੀਂ ਖੁਸ਼ੀ ਭਾਲਦੇ ਹਾਂ। ਇਵੇਂ ਇੱਕ ਸਾਖੀ ਆਉਂਦੀ ਆ, ਇੱਕ ਰਾਜਾ ਸੀ ਤੇ ਬਲਖ ਬੁਖਾਰੇ ਦਾ, ਉਹਦਾ ਨਾਮ ਇਬਰਾਹਿਮ ਹੋਇਆ। ਇਬਰਾਹਿਮ ਬਾਅਦ ਚ ਤਾਂ ਇਹ ਫਕੀਰ ਬਣ ਗਿਆ ਸੀ, ਬਹੁਤ ਵਧੀਆ ਇਹਦੀ ਜ਼ਿੰਦਗੀ ਰਹੀ। ਪਰ ਪਹਿਲਾਂ ਰਾਜਾ ਸੀ, ਬਹੁਤ ਪੈਸਾ ਸੀ ਇਹਦੇ ਕੋਲੇ, ਬਹੁਤ ਸਾਜੋ ਸਮਾਨ ਸੀ। ਇਸ ਸਿੰਘਾਸਨ ਤੇ ਬੈਠਾ ਬੈਠਾ ਸੋਚੀ ਜਾਂਦਾ ਹੁੰਦਾ ਸੀ ਕਿ ਸਭ ਕੁਝ ਆ, ਮੈਂ ਸੁਖੀ ਨਹੀਂ। ਪਰ ਦੇਖੋ, ਉਹਨੇ ਆਪਦੇ ਮਨ ਨੂੰ ਦੇਖਿਆ ਤਾਂ ਹੀ ਉਹਨੂੰ ਪਤਾ ਲੱਗਾ। ਜੇ ਉਹ ਮਨ ਨੂੰ ਦੇਖਦਾ ਹੀ ਨਾ ਤਾਂ ਉਹਨੂੰ ਪਤਾ ਨਹੀਂ ਸੀ ਲੱਗਣਾ ਵੀ ਸਭ ਕੁਝ ਹੋ ਕੇ ਵੀ ਮੈਂ ਖੁਸ਼ ਨਹੀਂ ਹੈਗਾ। ਉਹਨੇ ਆਪਦੇ ਮਨ ਨੂੰ ਖੋਜਿਆ, ਪਛਾਣਿਆ, ਇਹ ਮਨ ਆਰਸੀ ਕੋਈ ਗੁਰਮੁਖ ਦੇਖਿਆ, ਉਹਨੂੰ ਪਤਾ ਲੱਗਾ ਮੈਂ ਠੀਕ ਨਹੀਂ, ਅੰਦਰੋਂ ਪੂਰਾ ਖੁਸ਼ ਨਹੀਂ ਮੈਂ। ਤਾਂ ਬਲਖ ਬੁਖਾਰੇ ਦਾ ਰਾਜਾ ਸੀ ਇਬਰਾਹਿਮ, ਇਵੇਂ ਸੋਚਦਾ ਰਹਿੰਦਾ ਸੀ। ਕਹਿੰਦਾ ਸਭ ਕੁਝ ਆ, ਪਰ ਤਾਂ ਵੀ ਮਨ ਟਿਕਿਆ ਨਹੀਂ। ਮਹਾਰਾਜ ਨੇ ਇੱਥੇ ਆਖਿਆ ਹੈ ਨਾ ਕਿ ਸ਼ਾਂਤ ਸਹਿਜ ਰਹਿਸ ਮਨ ਉਪਜਿਓ, ਸਗਲੇ ਦੁੱਖ ਪਲਾਇਨ। ਉਹਨੂੰ ਯਾਦ ਕਰਕੇ ਬੰਦੇ ਨੂੰ ਅਸਲੀ ਟਿਕਾ ਆਉਂਦਾ ਨਹੀਂ। ਅਬਨਾਸੀ ਖੇਮ ਚਾਹੇ ਜੇ ਨਾਨਕ, ਸਦਾ ਸਿਮਰ ਨਾਰਾਇਣ। ਖੋਜਤ ਖੋਜਤ ਤਤ ਵਿਚਾਰਿਓ, ਦਾਸ ਗੋਵਿੰਦ ਪਰਾਇਣ। ਰੋਜ਼ ਐਵੇਂ ਸੋਚੇ, ਰੋਜ਼ ਐਵੇਂ ਸੋਚੇ। ਇੱਕ ਦਿਨ ਰਾਤ ਨੂੰ ਸੌਂ ਰਿਹਾ ਸੀ ਤੇ ਹਜੇ ਨੀਂਦ ਆਈ ਨਹੀਂ ਸੀ। ਪਲੰਘ ਤੇ ਲੇਟਿਆ ਹੋਇਆ, ਛੱਤ ਦੇ ਉੱਪਰ ਨਾ, ਇਹਦੇ ਮਹਿਲ ਦੀ ਛੱਤ ਤੇ ਬੜਾ ਖੜਕਾ ਹੋਇਆ। ਇਹਨੇ ਉੱਚੀ ਆਵਾਜ਼ ਦਿੱਤੀ, ਕੌਣ ਆ? ਤੇ ਉੱਪਰੋਂ ਆਵਾਜ਼ ਆਈ, ਕਹਿੰਦੇ ਫਿਕਰ ਨਾ ਕਰ, ਮੈਂ ਕੋਈ ਚੋਰ ਨਹੀਂ, ਮੈਂ ਕੋਈ ਚੋਰੀ ਕਰਨ ਨਹੀਂ ਆਇਆ, ਮੈਂ ਤਾਂ ਆਪਦਾ ਊਠ ਲੱਭ ਰਿਹਾ ਛੱਤ ਤੇ। ਇਬਰਾਹਿਮ ਹੱਸ ਪਿਆ। ਸਾਖੀ ਦੱਸਦੀ, ਇਬਰਾਹਿਮ ਹੱਸ ਪਿਆ। ਕਹਿੰਦਾ ਤੂੰ ਬਹੁਤ ਵੱਡਾ ਬੇਵਕੂਫ ਆ, ਜੋ ਵੀ ਹੈ, ਕਿਉਂਕਿ ਮੈਨੂੰ ਤੇਰੀ ਸ਼ਕਲ ਨਹੀਂ ਨਾ ਦਿਖ ਰਹੀ। ਉਹ ਛੱਤ ਤੇ ਸੀ, ਆਵਾਜ਼ ਸੁਣ ਰਹੀ ਸੀ। ਤੇਰੇ ਵਰਗਾ ਮੂਰਖ ਹੋਣਾ ਨਹੀਂ, ਛੱਤ ਤੇ ਵੀ ਕਦੇ ਊਠ ਹੁੰਦੇ? ਊਠ ਨੂੰ ਲੱਭਣਾ ਤਾਂ ਜ਼ਮੀਨ ਤੇ ਲੱਭ, ਛੱਤਾਂ ਤੇ ਕਿੱਥੇ? ਮਹਿਲਾਂ ਦੀਆਂ ਛੱਤਾਂ ਤੇ, ਝੌਂਪੜੀ ਦੇ ਉੱਪਰ ਕਿੱਥੇ ਊਠ ਹੁੰਦੇ ਆ? ਤੂੰ ਮੂਰਖ ਲੱਗਦਾ ਮੈਨੂੰ ਕੋਈ। ਤਾਂ ਉਹ ਕਹਿੰਦਾ ਤੈਨੂੰ ਇਉਂ ਲੱਗਦਾ ਵੀ ਮੈਂ ਮੂਰਖ ਹਾਂ, ਤੇ ਮੈਨੂੰ ਇਉਂ ਲੱਗਦਾ ਇਬਰਾਹਿਮ ਤੂੰ ਮੂਰਖ ਹਾਂ। ਇਹਨੇ ਕਿਹਾ ਵੀ ਮੈਂ ਕਿਉਂ ਮੂਰਖ ਹਾਂ? ਸ਼ਕਲ ਨਹੀਂ ਦਿਖ ਰਹੀ ਉਹ ਬੰਦੇ ਦੀ, ਉਹ ਬਸ ਆਵਾਜ਼ ਦੇ ਨਾਲ ਹੀ ਇਹਨਾਂ ਦਾ ਸੰਪਰਕ ਜੁੜ ਰਿਹਾ। ਉਹ ਗੱਲਬਾਤ ਹੋ ਰਹੀ ਹੈ, ਕਨਵਰਸੇਸ਼ਨ ਜਿਹੜੀ ਹੈ, ਗੱਲਬਾਤ ਨਾਲ, ਸ਼ਕਲ ਨਹੀਂ ਦਿਖ ਰਹੀ। ਉਹ ਕਹਿੰਦਾ ਤੂੰ ਰਾਜ ਮਹਿਲ ਦੇ ਵਿੱਚ ਬਹਿ ਕੇ ਬੰਦਗੀ ਤੋਂ ਬਿਨਾਂ ਸੁੱਖ ਭਾਲਦਾ। ਮੈਂ ਜਿਵੇਂ ਤੈਨੂੰ ਲੱਗਦਾ ਵੀ ਊਠ ਜਿਹੜੇ ਨੇ ਛੱਤਾਂ ਤੇ ਨਹੀਂ ਮਿਲਦੇ, ਲੱਭਦੇ ਨਹੀਂ, ਬੰਦਾ ਬੇਵਕੂਫ ਆ ਜਿਹੜਾ ਛੱਤ ਤੇ ਊਠ ਲੱਭਣ ਜਾਂਦਾ, ਤੇ ਤੂੰ ਵੀ ਬੇਵਕੂਫ ਆ ਜਿਹੜਾ ਬੰਦਗੀ ਤੋਂ ਬਿਨਾਂ ਸੁੱਖ ਲੱਭਦਾ, ਨਾਮ ਤੋਂ ਬਿਨਾਂ। ਇੱਦਾਂ ਆਵਾਜ਼ ਆਈ। ਇਹਨੇ ਛੇਤੀ ਛੇਤੀ ਆਦੇਸ਼ ਦਿੱਤਾ ਨੌਕਰਾਂ ਨੂੰ। ਰਾਜਾ ਸੀ, ਕਹਿੰਦਾ ਲੱਭੋ ਕੌਣ ਆ ਛੱਤ ਤੇ, ਉੱਪਰ ਜਾ ਕੇ ਦੇਖੋ ਕਿਹਦੀ ਆਵਾਜ਼ ਆ। ਆਵਾਜ਼ 'ਚ ਇੱਕ ਨਸ਼ਾ ਸੀ, ਅਜਬ ਤਰ੍ਹਾਂ ਦੀ ਬੰਦਗੀ ਵਾਲੀ ਰੂਹ ਸੀ। ਉਹ ਇਹਨੂੰ ਸਮਝਾਉਣ ਆਇਆ ਸੀ। ਇਹਨੇ ਲੱਭਿਆ ਪਰ ਲੱਭਿਆ ਨਹੀਂ, ਲੱਭਿਆ ਹੀ ਨਹੀਂ ਉਹ ਬੰਦਾ। ਅਗਲੇ ਦਿਨ ਇਹਨੇ ਸਭਾ ਸਜਾਈ, ਵਜ਼ੀਰ ਸੀ, ਕਚਹਿਰੀ ਲੱਗੀ ਸੀ। ਇੱਕ ਬੰਦਾ ਆਇਆ, ਉਹ ਕਹਿ ਰਿਹਾ ਸੀ ਮੈਂ ਧਰਮਸ਼ਾਲਾ 'ਚ ਜਾਣਾ, ਇਹਨੂੰ ਲੰਘਣ ਦਿਓ, ਲੰਘਣ ਦਿਓ।
ਪਹਿਰੇਦਾਰ ਕਹਿੰਦੇ ਲੱਗਦਾ ਤੂੰ ਸਜ਼ਾ ਮਤਲਬ ਤੈਨੂੰ ਦਿੱਤੀ ਜਾਊਗੀ, ਤੈਨੂੰ ਲੱਗਦਾ ਪਤਾ ਨਹੀਂ ਵੀ ਇਹ ਰਾਜੇ ਦਾ ਮਹਿਲ ਆ, ਇਬਰਾਹਿਮ ਦਾ ਮਹਿਲ ਆ, ਤੂੰ ਇਹਨੂੰ ਧਰਮਸਾਲ ਦੱਸਦਾ, ਤੈਨੂੰ ਫੜ ਕੇ ਅੰਦਰ ਕਰ ਦਿਆਂਗੇ। ਜਦੋਂ ਉੱਚੀ ਉੱਚੀ ਕਹਿੰਦਾ ਨਹੀਂ ਨਹੀਂ ਇਹ ਧਰਮਸਾਲ ਹੀ ਆ, ਤਾਂ ਇਹਦੇ ਕੰਨਾਂ 'ਚ ਪਈ ਇਬਰਾਹਿਮ ਦੇ, ਇਹਨੂੰ ਪਤਾ ਲੱਗਾ ਵੀ ਇਹ ਆਵਾਜ਼ ਉਹੀ ਆ ਜਿਹੜੀ ਰਾਤ ਮੈਂ ਸੁਣੀ ਸੀ। ਤੈਨੂੰ ਛੇਤੀ ਛੇਤੀ ਆਖਿਆ ਵੀ ਇਹਨੂੰ ਅੰਦਰ ਲੈ ਕੇ ਆਓ, ਕੌਣ ਆ ਇਹ? ਤਾਂ ਦੇਖਿਆ ਇੱਕ ਫਕੀਰ ਤਬੀਅਤ ਦਾ ਬੰਦਾ ਸੀ, ਕੋਲ ਆ ਗਿਆ। ਕਹਿੰਦੇ ਦੱਸ ਤੈਨੂੰ ਕੀ ਚਾਹੀਦਾ? ਰਾਤ ਤੂੰ ਹੀ ਸੀ? ਕਹਿੰਦਾ ਮੈਂ ਹੀ ਸੀ। ਤੇਰਾ ਕੀ ਮਕਸਦ ਕੀ ਇੱਥੇ ਆਉਣ ਦਾ? ਕਹਿੰਦਾ ਬਸ ਮੈਂ ਇਹ ਕਹਿਣਾ ਚਾਹੁੰਦਾ ਇਹ ਧਰਮਸਾਲ 'ਚ ਮੈਨੂੰ ਰਹਿਣ ਦਿਓ, ਮੈਂ ਰਾਤ ਕੱਟਣੀ ਹੈ। ਇਬਰਾਹਿਮ ਕਹਿੰਦਾ ਸ਼ਾਇਦ ਤੈਨੂੰ ਭੁਲੇਖਾ ਪੈ ਗਿਆ, ਇਹ ਮਹਿਲ ਆ ਤੇ ਇੱਥੋਂ ਦਾ ਮੈਂ ਰਾਜਾ ਹਾਂ। ਉਹ ਕਹਿੰਦਾ ਨਹੀਂ, ਇੱਥੇ ਮੈਂ ਪਹਿਲਾਂ ਵੀ ਆਇਆ ਸੀ ਜਦੋਂ ਮੈਂ ਜਵਾਨੀ 'ਚ ਸੀ, ਉਦੋਂ ਕੋਈ ਬੰਦਾ ਇੱਥੇ ਹੋਰ ਸੀ, ਤੂੰ ਨਹੀਂ ਸੀ। ਉਹ ਕੌਣ ਸੀ? ਉਹ ਮੇਰੇ ਪਿਤਾ ਜੀ ਸਨ। ਉਦੋਂ ਪਹਿਲਾਂ ਵੀ ਮੈਂ ਇੱਥੇ ਗੇੜਾ ਮਾਰਿਆ, ਉਦੋਂ ਉਹ ਨਹੀਂ ਸਨ। ਉਦੋਂ ਕੌਣ ਸਨ? ਉਦੋਂ ਮੇਰੇ ਦਾਦਾ ਜੀ ਸਨ। ਤਾਂ ਫਿਰ ਆਖਿਆ ਸੀ ਇਬਰਾਹਿਮ ਇਹ ਜਿਹੜਾ ਮਹਿਲ ਆ ਤੇਰਾ, ਇਹ ਮਹਿਲ ਨਹੀਂ, ਇਹ ਧਰਮਸ਼ਾਲਾ ਹੀ ਆ। ਧਰਮਸ਼ਾਲਾ ਜਿਵੇਂ ਪੁਰਾਤਨ ਸਮਿਆਂ 'ਚ ਹੁੰਦੀਆਂ ਸੀ, ਕੋਈ ਰਾਤ ਕਿਸੇ ਨੇ ਕੱਟਣੀ, ਕੱਟ ਲੈਣੀ, ਉਹਨੂੰ ਪਨਾਹ ਦੇ ਦੇਣੀ, ਖਾਣਾ ਦੇ ਦੇਣਾ, ਫਿਰ ਕਿਸੇ ਹੋਰ ਨੇ ਆ ਜਾਣਾ, ਉਹਨੇ ਚਲਿਆ ਜਾਣਾ। ਐਵੇਂ ਇਹ ਦੁਨੀਆ ਸ਼ਹਿਰ ਮੇਲਾ ਦਸਤਗੀਰੀ ਨਾ ਹੈ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਇਬਰਾਹਿਮ ਤੂੰ ਮਨ ਨੂੰ ਖੋਜਦਾ ਨਹੀਂ, ਇਹ ਧਰਮਸ਼ਾਲਾ ਹੀ ਹੈ, ਦੇਖ ਲਾ ਕਿ ਵਾਕਈ ਜਦੋਂ ਮੈਂ ਅਗਲੀ ਵਾਰ ਆਵਾਂ ਤੇ ਤੂੰ ਹੋਵੇਂਗਾ। ਤੂੰ ਮੈਨੂੰ ਯਕੀਨ ਨਾ ਕਹਿ ਸਕਦਾ ਵੀ ਤੂੰ ਇੱਥੇ ਹੋਵੇਂਗਾ। ਉਹਨੇ ਆਖਿਆ ਸੀ ਹਾਂ ਇਹ ਸੱਚ ਕਹਿੰਦਾ। ਉਦੋਂ ਬਾਅਦ ਇਬਰਾਹਿਮ ਬਦਲਿਆ, ਰਾਜਾ ਸੀ। ਜਿਵੇਂ ਭਗਤ ਪੀਪਾ ਜੀ ਰਾਜੇ ਹੋਏ ਤੇ ਬਾਅਦ 'ਚ ਭਗਤ ਬਣੇ ਆ, ਪਹਿਲਾਂ ਰਾਜੇ ਸਨ। ਇਹਨੇ ਵੀ ਇੱਕ ਝੌਂਪੜੀ ਪਾਲੀ ਆਪਦੇ ਮਹਿਲ ਦੇ ਬਾਹਰ, ਉੱਥੇ ਰਹਿਣ ਲੱਗਿਆ ਇਬਰਾਹਿਮ। ਬਾਅਦ 'ਚ ਇਹਨੇ ਬੰਦਗੀ ਕੀਤੀ ਤੇ ਇਹ ਫਕੀਰ ਬਣ ਗਿਆ ਸੀ। ਕਦੋਂ ਬਣਿਆ? ਜਦੋਂ ਆਪਦੇ ਮਨ ਨੂੰ ਦੇਖਿਆ। ਖੋਜਤ ਖੋਜਤ ਤਤ ਵਿਚਾਰਿਓ, ਦਾਸ ਗੋਬਿੰਦ ਪਰਾਇਣ, ਅਬਨਾਸੀ ਖੇਮ, ਸਦਾ ਵਾਲਾ ਸੁਖ ਚਾਹੇ ਜੇ ਨਾਨਕ। ਜੇ ਤੂੰ ਚਾਹੁੰਦਾ ਏ ਸਦਾ ਸਿਮਰ ਨਾਰਾਇਣ। ਤਾਂ ਵਾਹਿਗੁਰੂ ਨੂੰ ਯਾਦ ਰੱਖ, ਉਹਨੂੰ ਸਿਮਰ। ਇਸ ਕਰਕੇ ਖੋਜ ਖੋਜ ਕੇ ਇੱਕ ਹੁੰਦੀ ਆ ਸੁਣੀ ਸੁਣਾਈ ਗੱਲ, ਇੱਕ ਹੁੰਦੀ ਆ ਵੈਸੇ ਹੀ ਉਹੀ ਕਹਿ ਦਿੱਤੀ ਕਲਪਨਾ। ਬਹੁਤ ਸੋਹਣੀ ਪੰਕਤੀ ਆ, ਖੋਜਤ ਤਤ ਵਿਚਾਰਿਓ। ਜਿਵੇਂ ਕਈ ਬਜ਼ੁਰਗ ਕਹਿੰਦੇ ਨੇ ਆਹ ਗੱਲ ਸਾਡੀ ਖੋਜੀ ਵੀ ਆ। ਸਾਡੀ ਜਿਹੜੀ ਦਾੜੀ ਆ ਉਹ ਧੁੱਪ ਦੇ ਨਾਲ ਸਫੇਦ ਨਹੀਂ ਹੋਈ, ਅਸੀਂ ਤਜਰਬੇ ਆ ਸਾਡੇ ਕੋਲੇ, ਅਸੀਂ ਇਹ ਚੀਜ਼ ਨੂੰ ਬਾਚਿਆ, ਸਮਝਿਆ, ਮਾਣਿਆ ਹੈ, ਹੰਡਾਇਆ ਪਿੰਡੇ ਤੇ। ਇੱਥੇ ਮਹਾਰਾਜ ਬਿਲਕੁਲ ਉਵੇਂ ਕਹਿ ਰਹੇ ਆ, ਖੋਜਤ ਰੱਬ ਦੇ ਪਿਆਰਿਆਂ ਨੇ ਖੋਜ ਖੋਜ ਕੇ ਇੱਕ ਗੱਲ ਲੱਭੀ ਆ। ਉਹ ਕੀ ਆ? ਬੰਦਿਆ ਜੇ ਤੂੰ ਸੁਖੀ ਹੋਣਾ, ਉਹਦੇ ਲਈ ਤੂੰ ਰੱਬ ਨੂੰ ਯਾਦ ਕਰਿਆ ਕਰ। ਸੁੱਖ ਕਿਹਦੇ ਵਿੱਚ ਆ? ਮਨ ਦੀ ਸ਼ਾਂਤੀ 'ਚ। ਜੇ ਤੂੰ ਸ਼ਾਂਤੀ ਚਾਹੁੰਦਾ, ਉਹਨੂੰ ਯਾਦ ਰੱਖਿਆ ਕਰ। ਇਸ ਕਰਕੇ ਤੁਹਾਨੂੰ ਸਾਜਣ ਵਾਲਾ ਤੁਹਾਡੇ ਤੇ ਕਿਰਪਾ ਕਰਦਾ ਰਹੇ। ਇਸ ਤੋਂ ਬਿਨਾਂ ਆਪਾਂ ਜੋ ਵੀ ਕਹੀਏ, ਜੋ ਵੀ ਸੁਣੀਏ, ਤਾਂ ਉਹ ਤਾਂ ਬੇਅਫਸਾਨਾ ਕਹਾਣੀ ਜਾਂ ਕਲਪਨਾ ਹੋਵੇਗੀ। ਉਹਦੀ ਕਿਰਪਾ ਦਾ ਹੋਣਾ ਜ਼ਰੂਰੀ ਆ। ਗਿਆਨ ਤਾਂ ਬਹੁਤ ਆ, ਪਰ ਸਮਝ ਵਿਰਲਿਆਂ ਨੂੰ ਆਉਂਦੀ ਆ। ਕਿਤਾਬਾਂ ਬਹੁਤ ਨੇ, ਕਿੰਨੇ ਲੋਕ ਨੇ ਜਿਹੜੇ ਉਹਨਾਂ ਨੂੰ ਪੜ੍ਹਦੇ ਬਹੁਤ ਨੇ ਪਰ ਅਮਲ ਬਹੁਤ ਘੱਟ ਕਰਦੇ ਨੇ। ਗਿਆਨ ਬਹੁਤ ਆ ਪਰ ਗਿਆਨ ਦਾ ਅਮਲ ਬੜਾ ਥੋੜ੍ਹਾ। ਕਹਾਣੀਆਂ ਬਹੁਤ ਨੇ, ਸਾਖੀਆਂ ਬਹੁਤ ਨੇ। ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਬੜੀਆਂ ਸਾਖੀਆਂ ਹਨ। ਸਾਰੇ ਗੁਰੂਆਂ ਦੀਆਂ ਬਚਪਨ ਦੀਆਂ, ਜਵਾਨੀ ਦੀਆਂ, ਬਿਰਧ ਅਵਸਥਾ ਦੀਆਂ ਬਹੁਤ ਸਾਖੀਆਂ ਨੇ। ਗੁਰੂ ਦਾ ਇਤਿਹਾਸ ਆ, ਪਰ ਕਿੰਨੇ ਲੋਕ ਨੇ ਜਿਹੜੇ ਇਹਦੇ ਵਿੱਚ ਪੈ ਕੇ ਇਹਨੂੰ ਕਮਾ ਰਹੇ ਨੇ, ਪਿੰਡੇ ਤੇ ਹੰਢਾ ਰਹੇ ਨੇ? 1% ਵੀ ਹੈ ਨਹੀਂ, 100 ਦੇ ਵਿੱਚੋਂ ਬੜੇ ਥੋੜੇ ਨੇ। ਸਿਆਣੇ ਬਹੁਤ ਨੇ। ਕਿਹਾ ਜਾਂਦਾ ਵੀ 100 ਸਿਆਣੇ ਇੱਕੋ ਮੱਤ, ਮੂਰਖ ਆਪੋ ਆਪਣੀ। ਮੂਰਖਾਂ ਦੀ ਮੱਤ ਹੁੰਦੀ ਆ ਆਪਦੀ 100 ਸਿਆਣਾ ਬੈਠਾ ਹੋਵੇ ਉਹ ਸਹਿਮਤ ਹੋ ਜਾਂਦੇ ਆ, ਪਰ ਮੂਰਖ ਬੰਦੇ ਕਦੇ ਸਹਿਮਤ ਨਹੀਂ ਹੁੰਦੇ। ਮੂਰਖ ਬੰਦਾ ਤਿਆਰ ਬੈਠਾ ਹੁੰਦਾ ਵੀ ਇਹ ਆਪਦੀ ਗੱਲ ਕਹਿ ਕੇ ਚੁੱਪ ਕਰੇ ਤੇ ਮੈਂ ਆਪਦੀ ਕਹਾਂ। ਉਹ ਦੂਜਾ ਕਹਿੰਦਾ ਵੀ ਇਹ ਚੁੱਪ ਕਰੇ ਮੈਂ ਕਹਾਂ। ਉਹ ਸੁਣਦੇ ਕਿੱਥੇ ਆਪਦੀ? ਉਹਨਾਂ ਦੀ ਸਹਿਮਤੀ ਕੋਈ ਨਹੀਂ ਹੁੰਦੀ।
100 ਸਿਆਣਿਆਂ ਦੀ ਇੱਕੋ ਜੀ ਮੱਤ ਹੁੰਦੀ ਆ, ਪਰ ਮੂਰਖਾਂ ਆਪੋ ਆਪਣੀ, ਮੂਰਖਾਂ ਦੀ ਮੱਤ ਨਹੀਂ ਰਲਦੀ ਹੁੰਦੀ। ਉਹਨੇ ਕਹਿਣਾ ਮੈਂ ਇਵੇਂ ਕਰਨਾ, ਦੂਜੇ ਨੇ ਕਹਿਣਾ ਮੈਂ ਇਵੇਂ ਕਰਨਾ। ਇਸ ਕਰਕੇ ਖੋਜਤ ਖੋਜਤ ਤਤ ਵਿਚਾਰਿਓ, ਦਾਸ ਗੋਬਿੰਦ ਪਰਾਇਣ, ਅਬਨਾਸੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ। ਪੜ ਅੱਖਰ ਇਹੋ ਬੁੱਝੀਐ, ਮੂਰਖ ਹੈ ਨਾਲ ਨਾ ਲੁੱਝੀਐ। ਬਾਣੀ ਦੇ ਅੱਖਰ ਪੜ੍ਹ ਕੇ ਇਹੀ ਗੱਲ ਆਪਾਂ ਜਾਣਨੀ ਆ, ਬੁੱਝਣੀ ਆ ਕਿ ਮੂਰਖ ਬੰਦੇ ਨਾਲ ਆਪਾਂ ਬਹਿਸ ਨਹੀਂ ਕਰਨੀ, ਝਗੜਾ ਨਹੀਂ ਕਰਨਾ, ਸਗੋਂ ਆਪਦਾ ਧਿਆਨ ਆਪਾਂ ਉਹਨੂੰ ਯਾਦ ਕਰਨ ਤੇ ਰੱਖਣਾ। ਮਾਲਕ ਨੂੰ ਯਾਦ ਕਰ ਕਰਕੇ ਬੰਦੇ ਨੂੰ ਖਜ਼ਾਨਾ ਮਿਲਦਾ, ਪੈਸੇ ਨਹੀਂ ਸ਼ਾਂਤੀ ਮਿਲਦੀ ਆ। ਸ਼ਾਂਤੀ ਪੈਸੇ ਨਾਲ ਨਹੀਂ ਮਿਲਦੀ। ਪੈਸਾ ਤਾਂ ਕਿਰਤ ਕਰਨ ਨਾਲ ਮਿਲੂਗਾ, ਜਿਹੜਾ ਸਿੱਖੀ ਦਾ ਪਹਿਲਾ ਸਿਧਾਂਤ ਆ। ਬਾਣੀ ਪੜ੍ਹਨ ਨਾਲ ਸ਼ਾਂਤੀ ਮਿਲੂਗੀ, ਸੰਗਤ ਕਰਨ ਦੇ ਨਾਲ ਸਹਿਜ ਮਿਲੂਗਾ। ਇਹ ਚੀਜ਼ਾਂ ਪੈਸੇ ਨਾਲ ਨਹੀਂ ਮਿਲਦੀਆਂ। ਜਿਹੜੀ ਚੀਜ਼ ਕਿਰਤ ਕਰਕੇ ਮਿਲਣੀ ਆ ਉਹ ਨਾਮ ਜਪ ਕੇ ਨਹੀਂ ਮਿਲਣੀ, ਜਿਹੜੀ ਚੀਜ਼ ਨਾਮ ਜਪ ਕੇ ਮਿਲਣੀ ਆ ਉਹ ਕਿਰਤ ਕਰਕੇ ਨਹੀਂ ਮਿਲਣੀ। ਦੇਖੋ ਸਿਧਾਂਤ ਸਿੱਖੀ ਦੇ ਬਹੁਤ ਤਕੜੇ ਨੇ। ਕਿਰਤ ਕਰੋ, ਹੱਥ ਪੈਰ ਚਲਾਓ ਤੇ ਪੈਸੇ ਆਉਣਗੇ। ਘਰੇ 4 ਪ੍ਰਾਹੁਣੇ ਆ ਗਏ, ਉਹਨਾਂ ਨੂੰ ਰੋਟੀ ਖਵਾ ਸਕਦੇ ਹੋ, ਆਪ ਵੀ ਆਪਦੇ ਸੁੱਖਾਂ ਨੂੰ ਮਾਣ ਸਕਦੇ ਹੋ। ਨਾਮ ਜਪੋਗੇ ਤੇ ਮਨ ਨੂੰ ਟਿਕਾ ਆਵੇਗਾ, ਉਹਦੇ ਨਾਲ ਆਪ ਸ਼ਾਂਤ ਰਹੋਗੇ, ਪਰਿਵਾਰ ਨੂੰ ਸ਼ਾਂਤ ਰੱਖੋਗੇ। ਜਿਹੜਾ ਬੰਦਾ ਆਪ ਹੀ ਨਹੀਂ ਸ਼ਾਂਤ, ਉਹ ਦੂਜੇ ਨੂੰ ਕਿਵੇਂ ਸ਼ਾਂਤ ਰੱਖ ਦੇਗਾ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਬੰਦੇ ਦੀ ਜ਼ਿੰਦਗੀ 'ਚ ਕਿਰਤ ਬਹੁਤ ਜ਼ਰੂਰੀ ਆ, ਬਹੁਤ ਜ਼ਰੂਰੀ ਆ। ਬੰਦੇ ਦੀ ਜ਼ਿੰਦਗੀ 'ਚ ਨਾਮ ਬਹੁਤ ਜ਼ਰੂਰੀ ਆ, ਬਹੁਤ ਜ਼ਰੂਰੀ ਆ। ਬੈਰਾਗ ਬਹੁਤ ਜ਼ਰੂਰੀ ਆ। ਨਾਮ ਤੋਂ ਪਹਿਲਾਂ ਬੈਰਾਗ ਹੁੰਦਾ, ਬੈਰਾਗ ਤੋਂ ਬਾਅਦ ਨਾਮ ਬੰਦੇ ਕੋਲ ਆਉਂਦਾ। ਜਦੋਂ ਸਮਝ ਆਉਂਦੀ ਆ ਵੀ ਤੇਰਾ ਨਾਮ ਬਹੁਤ ਜ਼ਰੂਰੀ ਆ। ਗੁਰੂ ਨਾਨਕ ਸਾਹਿਬ ਜੀ ਜਦੋਂ ਬਚਪਨ 'ਚ ਸਨ ਨਾ, ਤੇ ਉਹ ਬਹੁਤ ਉਹਨਾਂ ਨੇ ਖਾਣਾ ਪੀਣਾ ਘੱਟ ਕਰਤਾ ਸੀ, ਖਾਂਦੇ ਨਹੀਂ ਸੀ। ਸੌਣਾ ਵੀ ਘੱਟ ਕਰਤਾ ਸੀ। ਪਿਤਾ ਜੀ ਨੂੰ ਫਿਕਰ ਬੜੀ ਹੋਈ ਵੀ ਮੇਰਾ ਪੁੱਤਰ ਬਿਮਾਰ ਹੋ ਗਿਆ, ਕਿਉਂਕਿ ਇੱਕ ਪਛਾਣ ਆ, ਇੱਕ ਲੱਛਣ ਆ ਵੀ ਜਦੋਂ ਭੁੱਖ ਲੱਗਣੋਂ ਹਟ ਜੇ, ਆਪਾਂ ਕਹਿੰਦੇ ਸਰੀਰ ਠੀਕ ਨਹੀਂ, ਨੀਂਦ ਆਉਣੋਂ ਹਟ ਜੇ ਸਰੀਰ ਠੀਕ ਨਹੀਂ। ਦੇਖਿਆ ਵੀ ਇਹ 2 ਵਜੇ ਤੱਕ ਬੈਠਾ ਰਹਿੰਦਾ, ਬਹੁਤ ਵਾਰੀ ਇੱਦਾਂ ਹੋ ਗਿਆ ਸੀ। ਉਹਨਾਂ ਨੇ ਇੱਕ ਵੈਦ ਨੂੰ ਬੁਲਾਇਆ, ਵੈਦ ਬੁਲਾਇਆ, ਵੈਦ ਕੀ ਪਕੜ ਟੰਡੋਲੇ ਬਾਂਹ, ਭੋਲਾ ਵੈਦ ਨਾ ਜਾਣੇ ਕਰਕ ਕਰੇਜੇ ਮਾਹੇ। ਗੁਰੂ ਨਾਨਕ ਸਾਹਿਬ ਜੀ ਦੀ ਉਹਨੇ ਨਬਜ਼ ਫੜੀ ਤੇ ਆ ਕੇ ਕਹਿਣ ਲੱਗਾ ਵੀ ਇਹਨੂੰ ਕੋਈ ਰੋਗ ਹੋਵੇਗਾ। ਤਾਂ ਹੀ ਤਾਂ ਨਬਜ਼ ਦੇਖ ਕੇ ਚੈੱਕ ਕਰਦੇ ਹੁੰਦੇ ਸੀ, ਨਬਜ਼ ਦੇਖ ਕੇ ਧਨੰਤਰ ਵੈਦ ਸਨ। ਤਾਂ ਜਦੋਂ ਨਬਜ਼ ਦੇਖੀ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਵੈਦ ਜੀ ਪਹਿਲਾਂ ਆਪਣਾ ਰੋਗ ਤਾਂ ਪਛਾਣ ਲਵੋ, ਪਹਿਲਾਂ ਆਪਣਾ ਰੋਗ ਪਛਾਣ। ਵੈਦ ਜੀ ਤੁਸੀਂ ਬਿਮਾਰ ਹੋ, ਤੁਸੀਂ ਵੀ ਬਿਮਾਰ ਹੋ, ਦੂਜਿਆਂ ਦਾ ਇਲਾਜ ਕਰਦੇ ਹੋ, ਤੁਹਾਡੇ ਮਨ ਨੂੰ ਹਜੇ ਸ਼ਾਂਤੀ ਨਹੀਂ ਆਈ, ਟਿਕਾ ਨਹੀਂ ਆਇਆ। ਕਿਉਂ ਨਹੀਂ ਆਇਆ? ਤੁਸੀਂ ਉਹ ਮਾਲਕ ਨੂੰ ਯਾਦ ਨਹੀਂ ਰੱਖਦੇ। ਸਰੀਰ ਦਾ ਇਲਾਜ ਕਰ ਜਾਂਦੇ ਹੋ, ਮਨ ਦਾ ਇਲਾਜ ਕੌਣ ਕਰੇਗਾ? ਸਰੀਰ ਦਾ ਕਰ ਗਏ ਤੇ ਮੇਰਾ ਜੇ ਮਨ ਹੀ ਠੀਕ ਨਹੀਂ ਤਾਂ ਮੈਂ ਠੀਕ ਨਹੀਂ ਹੋਣਾ। ਇਸ ਕਰਕੇ ਭੋਲਾ ਵੈਦ ਨਾ ਜਾਣੇ ਕਰਕ ਕਰੇਜੇ ਮਾਹੇ। ਕਹਿੰਦੇ ਮੈਨੂੰ ਕੋਈ ਬਿਮਾਰੀ ਨਹੀਂ, ਮੇਰੇ ਅੰਦਰ ਵੈਰਾਗ ਆ ਰੱਬ ਦੇ ਦਰਸ਼ਨਾਂ ਦਾ, ਉਹਦੀ ਸਿੱਖ ਆ ਮੇਰੇ ਅੰਦਰ। ਵੈਦ ਜੀ ਤਾਂ ਫਿਰ ਵੈਦ ਨੂੰ ਆਪਣੇ ਸਰੂਪ ਚੋਂ ਰੱਬ ਦੇ ਦਰਸ਼ਨ ਕਰਵਾਏ। ਵੈਦ ਕਹਿਣ ਲੱਗਾ ਮਹਿਤਾ ਸਾਹਿਬ ਜੀ, ਕਲਿਆਣ ਚੰਦ ਜੀ, ਤੁਹਾਡਾ ਪੁੱਤਰ ਬਿਲਕੁਲ ਠੀਕ ਆ, ਇਹਨੂੰ ਕੋਈ ਰੋਗ ਨਹੀਂ, ਇਹ ਤਾਂ ਰੋਗੀਆਂ ਨੂੰ ਠੀਕ ਕਰੇਗਾ, ਇਹ ਤਾਂ ਰੋਗੀਆਂ ਦਾ ਇਲਾਜ ਕਰੇਗਾ। ਤੇ ਮੇਰਾ ਇਲਾਜ ਵੀ ਇਹਨੇ ਕੀਤਾ, ਮੈਨੂੰ ਵੀ ਇਹਨੇ ਦੱਸਿਆ ਵੀ ਅਸਲੀ ਰੋਗ ਮਨ ਦੇ ਰੋਗ ਹੁੰਦੇ ਨੇ। ਤਨ ਦੇ ਰੋਗ ਤਾਂ ਫਿਰ ਵੀ ਠੀਕ ਹੋ ਜਾਂਦੇ ਆ, ਜੇ ਮਨ ਰੋਗੀ ਹੋ ਜੇ ਨਾ, ਸੋਗੀ ਹੋ ਜੇ, ਬਹੁਤ ਔਖਾ ਬੰਦੇ ਦਾ, ਉਹਦੀ ਜ਼ਿੰਦਗੀ ਨਹੀਂ ਲੰਘਦੀ। ਬਹੁਤ ਲੋਕ ਇੱਥੇ ਲੋਕ ਡਿਪਰੈਸ਼ਨ 'ਚ ਜਿਉਂ ਰਹੇ ਨੇ, ਉਹਨਾਂ ਦੇ ਅੰਦਰ ਇਹੋ ਜਿਹੇ ਖਿਆਲ ਨੇ ਜਿਹੜੇ ਉਹਨਾਂ ਨੂੰ ਜਿਉਣ ਨਹੀਂ ਦੇ ਰਹੇ। ਲੋਕ ਐਵੇਂ ਇੱਕ ਦੂਜਿਆਂ ਨੂੰ ਮਿਲਦੇ ਨੇ ਜਿਵੇਂ ਬਾਬ ਰੋਲੇ ਹਨੇਰੀਆਂ ਨੂੰ, ਤੇ ਹਨੇਰੀਆਂ ਬਾਬ ਰੋਲਿਆਂ ਨੂੰ ਮਿਲਦੀਆਂ ਨੇ, ਤੇ ਉਹਨਾਂ 'ਚ ਸ਼ਾਂਤੀ ਨਹੀਂ ਹੁੰਦੀ, ਬਾਬ ਰੋਲਿਆਂ 'ਚ ਸਹਿਜ ਨਹੀਂ ਹੁੰਦਾ, ਟਿਕਾ ਨਹੀਂ ਹੁੰਦਾ। ਇੱਥੇ ਪੰਕਤੀ ਇਹੀ ਸੀ, ਸ਼ਾਂਤ ਸਹਿਜ ਰਹਸ ਮਨ ਉਪਜਿਓ। ਰਹਿਸ ਕਹਿੰਦੇ ਨੇ ਖੁਸ਼ੀ ਨੂੰ, ਸਗਲੇ ਦੁੱਖ ਭਲਾਏ। ਗੁਰੂ ਨੂੰ ਯਾਦ ਰੱਖ ਸਿੱਖਾ, ਫਿਰ ਤੇਰੀ ਜ਼ਿੰਦਗੀ ਸੋਹਣੀ ਬਣੇਗੀ। ਸੋ ਆਪਾਂ ਇਹੀ ਸਿੱਖਿਆ
ਪੱਲੇ ਬੰਨਣੀ ਹੈ। ਆਪਾਂ ਬੁਰੇ ਖਿਆਲ ਨਹੀਂ ਰੱਖਣੇ ਮਨ 'ਚ, ਗੁਰੂ ਨੂੰ ਰੱਖਣਾ ਹੈ। ਜ਼ਿੰਦਗੀ ਨੂੰ ਆਪਾਂ ਸੋਹਣਾ ਬਣਾਉਣਾ। ਮਸਾਂ ਜ਼ਿੰਦਗੀ ਮਿਲਦੀ ਆ ਬੰਦੇ ਨੂੰ, ਮਸਾਂ, ਬਹੁਤ ਜੂਨਾਂ ਬਾਅਦ ਆਪਾਂ ਇਹਦਾ ਸਹੀ ਇਸਤੇਮਾਲ ਕਰਨਾ। ਲੋਕਾਂ ਦੇ ਦਿਲ ਨਫ਼ਰਤ ਨਾਲ ਭਰੇ ਪਏ ਆ, ਪਰ ਆਪਾਂ ਉਹਨਾਂ ਨੂੰ ਨਫ਼ਰਤ ਨਹੀਂ ਕਰਨੀ। ਆਪਾਂ ਆਪਦੀ ਜ਼ਿੰਦਗੀ ਨੂੰ, ਆਪਦੀ ਸਿਹਤ ਨੂੰ ਸਹੀ ਰੱਖਣਾ, ਤਾਂ ਹੀ ਆਪਾਂ ਕਿਸੇ ਦਾ ਮਾੜਾ ਨਹੀਂ ਲੋਚਣਾ ਤੇ ਨਾ ਹੀ ਮਾੜਾ ਕਰਨਾ। ਇੰਨੀਆਂ ਕੁ ਬੇਨਤੀਆਂ ਨੂੰ ਆਪ ਜੀ ਸਵੀਕਾਰ ਕਰੋ ਜੀ। ਗੁਰੂ ਮਹਾਰਾਜ ਦੀ ਸ਼ਾਨ ਬਹੁਤ ਜ਼ਿਆਦਾ ਉੱਚੀ ਹੈ, ਸੰਗਤ ਦੀ ਸ਼ਾਨ ਬੜੀ ਸੁੱਚੀ ਹੈ। ਬੋਲਦੇ ਇੱਕ ਨਹੀਂ, ਨਾਨਾ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹਨ ਜੀ। ਗੁਰੂ ਦੀ ਸੰਗਤ ਤੇ ਸਤਿਗੁਰੂ ਜੀ ਬਖਸ਼ ਲੈਣ। ਆਓ ਪਿਆਰ ਦੇ ਨਾਲ ਮਾਲਕ ਨੂੰ ਯਾਦ ਕਰੀਏ, ਉਹਦੇ ਚਰਨਾਂ ਦੇ ਵਿੱਚ ਆਪਦੀ ਰਸਨਾ ਤੋਂ ਐਸੇ ਮਾਲਕ ਦੇ ਗੁਣ ਗਾ ਕੇ ਆਪਦੇ ਜੀਵਨ ਨੂੰ ਸੋਹਣਾ ਬਣਾਉਣ ਦਾ ਇੱਕ ਯਤਨ ਕਰੀਏ ਜੀ। ਵਾਹਿਗੁਰੂ देहो सज्जण सीसड़ियाँ जो होवे साहिब स्यों मेल। वाहिगुरु जी का खालसा, वाहिगुरु जी की फतेह। तू ठाकुर तुम पे अरदास।